ਸਤਿ ਸ਼੍ਰੀ ਅਕਾਲ ਸਾਰੇ ਪਿਆਰੇ ਵਿਦਿਆਰਥੀਆਂ ਨੂੰ। ਅੱਜ ਆਪਾਂ ਸੈਕੰਡ ਚੈਪਟਰ ਦਾ ਨਵਾਂ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ। ਫਰਾਂਸ ਦੀ ਕ੍ਰਾਂਤੀ ਦੇ ਸਮਾਜਿਕ ਤੇ ਧਾਰਮਿਕ ਕਾਰਨ, ਇਹਨਾਂ ਨੂੰ ਅੱਜ ਅਸੀਂ ਡਿਟੇਲ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਫਰਾਂਸ ਦੀ ਕ੍ਰਾਂਤੀ ਦੇ ਸਮਾਜਿਕ ਕਾਰਨ। ਮੈਡਲਿਨ ਦੇ ਕਥਨ ਅਨੁਸਾਰ 1799 ਈਸਵੀ ਦੀ ਕ੍ਰਾਂਤੀ ਅਸਮਾਨਤਾ ਵਿਰੁੱਧ ਵਧੇਰੇ ਪਰੰਤੂ ਤਾਨਾਸ਼ਾਹੀ ਵਿਰੁੱਧ ਉਸ ਤੋਂ ਬਹੁਤ ਘੱਟ ਵਿਦਰੋਹ ਸੀ। ਇਸ ਦਾ ਭਾਵ ਇਹ ਹੈ ਕਿ ਇਹ ਸਾਨੂੰ ਇਸ਼ਾਰਾ ਕਰਦੀ ਹੈ ਇਹ ਗੱਲ ਕਿ ਸਮਾਜ ਦੇ ਵਿੱਚ ਉਸ ਸਮੇਂ ਫਰਾਂਸ ਦੇ ਵਿੱਚ ਅਸਮਾਨਤਾ ਹੋਵੇਗੀ। ਇਸ ਕਰਕੇ ਅਸਮਾਨਤਾ ਨੂੰ ਖਤਮ ਕਰਨ ਲਈ ਸ਼ਾਇਦ ਇਹ ਕ੍ਰਾਂਤੀ ਕੀਤੀ ਗਈ ਸੀ, ਨਾ ਕਿ ਤਾਨਾਸ਼ਾਹੀ ਦੇ ਵਿਰੁੱਧ। ਸੋ ਇਸ ਕਥਨ ਨੂੰ ਅਸੀਂ ਹੁਣ ਡਿਟੇਲ ਦੇ ਵਿੱਚ ਕਰਦੇ ਹਾਂ। ਫਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਦੀ ਸਮਾਜਿਕ ਅਵਸਥਾ ਬਾਰੇ ਦੇਖਦੇ ਹਾਂ। ਸਮਾਜਿਕ ਵਿਵਸਥਾ ਜਿਹੜੀ ਸੀ ਬਹੁਤ ਪੁਰਾਣੇ ਢੰਗ ਦੀ ਸੀ, ਉਸ ਵਿੱਚ ਬਹੁਤ ਸਾਰੀਆਂ ਕਮੀਆਂ ਸੀਗੀਆਂ। ਸਮਾਜ ਦਾ ਸਾਮੰਤਵਾਦੀ ਨਿਯਮਾਂ ਦੇ ਅਨੁਸਾਰ ਸੰਗਠਨ ਕੀਤਾ ਹੋਇਆ ਸੀ, ਜਿਸ ਦਾ ਮੂਲ ਆਧਾਰ ਸਮਾਨਤਾ ਸੀ। ਕਹਿਣ ਦਾ ਭਾਵ ਹੈ ਕਿ ਫਰਾਂਸ ਦੇ ਸਮਾਜ ਵਿੱਚ ਬਹੁਤ ਜ਼ਿਆਦਾ ਅਸਮਾਨਤਾ ਪਾਈ ਜਾਂਦੀ ਸੀ। ਫਰਾਂਸ ਦੇ ਸਮਾਜ ਵਿੱਚ ਉਸ ਵੇਲੇ ਮੁੱਖ 3 ਸ਼੍ਰੇਣੀਆਂ ਸਨ, ਜਾਂ ਆਪਾਂ ਕਹਿ ਸਕਦੇ ਹਾਂ ਕਿ 3 ਵਰਗ ਸਨ। ਪਹਿਲੇ ਵਰਗ ਦੇ ਵਿੱਚ ਪਾਦਰੀ ਆਉਂਦੇ ਸਨ, ਦੂਸਰੇ ਵਰਗ ਦੇ ਵਿੱਚ ਕੁਲੀਨ ਅਤੇ ਤੀਸਰੇ ਵਰਗ ਦੇ ਵਿੱਚ ਸਧਾਰਨ ਲੋਕ ਆਉਂਦੇ ਸੀ। ਭਾਵੇਂ ਕਿ ਪਹਿਲੇ ਦੋਹਾਂ ਵਰਗਾਂ ਦੀ ਗਿਣਤੀ ਫਰਾਂਸ ਦੀ ਕੁੱਲ ਜਨਸੰਖਿਆ ਦੀ 2% ਤੋਂ ਵੀ ਘੱਟ ਸੀ। ਇਹਦਾ ਭਾਵ ਹੈ ਕਿ ਜਿਹੜੇ ਪਹਿਲੇ 2 ਵਰਗ ਆ, ਜਿਵੇਂ ਪਾਦਰੀ ਹੋ ਗਏ, ਕੁਲੀਨ ਹੋ ਗਏ, ਇਹ ਫਰਾਂਸ ਦੀ ਟੋਟਲ ਜਨਸੰਖਿਆ ਦੀ 2% ਤੋਂ ਵੀ ਘੱਟ ਸੀਗੇ। ਲੇਕਿਨ ਇਹਨਾਂ ਸਾਰਿਆਂ ਨੂੰ ਖਾਸ ਅਧਿਕਾਰ ਮਿਲੇ ਹੋਏ ਸੀ ਅਤੇ ਸਰਕਾਰ ਨੂੰ ਇਹ ਕੋਈ ਵੀ ਟੈਕਸ ਨਹੀਂ ਸੀ ਦਿੰਦੇ। ਅਮੀਰ ਲੋਕ ਹੁੰਦੇ ਸੀ, ਜ਼ਮੀਨਾਂ ਦੇ ਮਾਲਕ ਸੀ, ਆਮਦਨੀ ਦੇ ਬਹੁਤ ਸਾਰੇ ਸਾਧਨ ਸੀ, ਫਿਰ ਵੀ ਸਰਕਾਰ ਨੂੰ ਇਹ ਲੋਕ ਕੋਈ ਟੈਕਸ ਨਹੀਂ ਸੀ ਦਿੰਦੇ। ਇਹਨਾਂ ਨੂੰ ਬਹੁਤ ਸਾਰੇ ਅਧਿਕਾਰ ਵੀ ਮਿਲੇ ਹੋਏ ਸੀ। ਤੀਸਰਾ ਵਰਗ ਹੈ ਸਧਾਰਨ ਲੋਕਾਂ ਦੀ ਗੱਲ ਕੀਤੀ ਆਪਾਂ ਕਿ ਤੀਸਰੇ ਵਰਗ ਦੇ ਵਿੱਚ ਸਧਾਰਨ ਲੋਕ ਆਉਂਦੇ ਸੀਗੇ। ਇਹ ਇਸ ਤਰ੍ਹਾਂ ਦਾ ਵਰਗ ਸੀ ਜਿਨ੍ਹਾਂ ਦੇ ਕੋਲ ਕੋਈ ਵੀ ਅਧਿਕਾਰ ਨਹੀਂ ਸੀ, ਬਲਕਿ ਇਹਨਾਂ ਨੂੰ ਤਾਂ ਉਲਟਾ ਸਰਕਾਰ ਨੂੰ ਟੈਕਸ ਦੇਣੇ ਪੈਂਦੇ ਸੀ। ਸਰਕਾਰ ਵੱਲੋਂ ਜਿੰਨੇ ਵੀ ਟੈਕਸ ਲਾਏ ਜਾਂਦੇ ਸੀ, ਉਹਨਾਂ ਸਾਰਿਆਂ ਦਾ ਬੋਝ ਤੀਸਰੇ ਵਰਗ ਨੂੰ ਹੀ ਸਹਿਣ ਕਰਨਾ ਪੈਂਦਾ ਸੀ। ਹੁਣ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ ਪਹਿਲਾ ਵਰਗ। ਪਹਿਲੇ ਵਰਗ ਦੇ ਵਿੱਚ ਆਪਾਂ ਹੁਣੇ ਪੜ੍ਹਿਆ ਕਿ ਪਾਦਰੀ ਆਉਂਦੇ ਆ। ਪਾਦਰੀਆਂ ਬਾਰੇ ਤੁਸੀਂ ਜਾਣਦੇ ਆ ਕਿ ਪਾਦਰੀ ਕਿਹਨੂੰ ਕਹਿੰਦੇ ਆ। ਪਾਦਰੀ ਜਿਹੜੇ ਈਸਾਈ ਧਰਮ ਦੇ ਵਿੱਚ ਚਰਚ ਹੁੰਦੇ ਆ, ਚਰਚਿਜ਼ ਨੂੰ ਜਿਹੜੇ ਲੋਕ ਆ ਜਿਹੜੇ ਉਹ ਚਲਾਉਂਦੇ ਆ, ਉਹਦਾ ਸਾਰੀ ਮੈਨੇਜਮੈਂਟ ਕਰਦੇ ਨੇ, ਉਹਦੀ ਸਾਰੀ ਔਰਗੇਨਾਈਜੇਸ਼ਨ ਕਰਦੇ ਨੇ, ਉਹਨਾਂ ਨੂੰ ਪਾਦਰੀ ਕਿਹਾ ਜਾਂਦਾ ਆ। ਜਿਵੇਂ ਉਹਨਾਂ ਨੇ ਧਾਰਮਿਕ ਰਹੁ ਰੀਤਾਂ ਦੀ ਪਾਲਣਾ ਵੀ ਲੋਕਾਂ ਦੇ ਕੋਲੋਂ ਕਰਵਾਉਣੀ ਹੁੰਦੀ ਆ, ਉਹ ਲੋਕ ਪਾਦਰੀ ਹੁੰਦੇ ਆ ਜਿਹੜੇ ਈਸਾਈ ਚਰਚ ਨੂੰ ਚਲਾਉਂਦੇ ਆ। ਪਾਦਰੀ 2 ਤਰ੍ਹਾਂ ਦੇ ਹੁੰਦੇ ਸੀ ਫਰਾਂਸ ਦੇ ਸਮਾਜ ਵਿੱਚ। ਇੱਕ ਸੀਗੇ ਉੱਚੇ ਦਰਜੇ ਦੇ ਪਾਦਰੀ ਅਤੇ ਦੂਸਰੇ ਸੀਗੇ ਨੀਵੇਂ ਦਰਜੇ ਦੇ ਪਾਦਰੀ। ਇਹਦਾ ਮਤਲਬ ਕਿ ਪਾਦਰੀ ਵੀ ਜਿਹੜੇ ਸੀ ਉਹ 2 ਕੈਟੇਗਰੀਜ਼ ਦੇ ਵਿੱਚ ਵੰਡੇ ਹੋਏ ਸੀਗੇ। ਪਹਿਲਾ ਵਰਗ ਬਾਰੇ ਆਪਾਂ ਪੜ੍ਹਦੇ ਹਾਂ, ਜਿਹਦੇ ਵਿੱਚ ਵੱਡੇ ਪਾਦਰੀ ਆਉਂਦੇ ਸੀ, ਉੱਚੇ ਪਾਦਰੀ। ਫਰਾਂਸ ਦੇ ਸਮਾਜਿਕ ਜੀਵਨ ਵਿੱਚ ਰੋਮਨ ਕੈਥੋਲਿਕ ਚਰਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸੰਸਥਾ ਸੀ। ਇੱਥੋਂ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਜਦੋਂ 1799 ਵਿੱਚ ਫਰਾਂਸ ਦੀ ਕ੍ਰਾਂਤੀ ਹੋਈ ਤਾਂ ਉੱਥੇ ਦੇ ਲੋਕ ਆ ਜਿਹੜੇ ਉਹ ਰੋਮਨ ਕੈਥੋਲਿਕ ਚਰਚ ਨੂੰ ਫੋਲੋ ਕਰਦੇ ਸੀਗੇ। ਜਿਵੇਂ ਆਪਾਂ ਪਹਿਲਾਂ ਵੀ ਪੜ੍ਹਿਆ ਸੀਗਾ ਧਰਮ ਸੁਧਾਰ ਅੰਦੋਲਨ ਦੇ ਵੇਲੇ ਕਿ ਈਸਾਈ ਸਮਾਜ ਹੈ ਜਿਹੜਾ ਯੂਰਪ ਦੇ ਵਿੱਚੋਂ ਉਹ 2 ਸ਼ਾਖਾਵਾਂ ਦੇ ਵਿੱਚ ਵੰਡਿਆ ਹੋਇਆ ਸੀ, ਇੱਕ ਗ੍ਰੀਕ ਆਰਥੋਡਾਕਸ ਚਰਚ ਅਤੇ ਦੂਸਰਾ ਰੋਮਨ ਕੈਥੋਲਿਕ ਚਰਚ। ਅਤੇ ਫਰਾਂਸ ਇਸ ਤਰ੍ਹਾਂ ਦਾ ਮੁਲਕ ਸੀ ਜਿਹਦੇ ਵਿੱਚ ਰੋਮਨ ਕੈਥੋਲਿਕ ਚਰਚ ਇਸ ਸ਼ਾਖਾ ਨੂੰ ਫੋਲੋ ਕੀਤਾ ਜਾਂਦਾ ਸੀ। ਫਰਾਂਸ ਦੀ ਟੋਟਲ ਭੂਮੀ ਦੇ 1/5 ਭਾਗ ਉੱਤੇ ਚਰਚ ਦਾ ਹੀ ਅਧਿਕਾਰ ਸੀ। ਰੋਮਨ ਕੈਥੋਲਿਕ ਚਰਚ ਦਾ ਜਿਹੜਾ ਮੁਖੀਆ ਸੀ ਪੋਪ, ਉਸ ਦਾ ਫਰਾਂਸ ਦੀ 1/5 ਭੂਮੀ ਦੇ ਉੱਤੇ ਅਧਿਕਾਰ ਸੀ। ਉਹ ਮਾਲਕ ਸੀ ਫਰਾਂਸ ਦੀ 1/5ਵੇਂ ਭਾਗ ਦਾ। ਇਸ ਤੋਂ ਇਲਾਵਾ ਚਰਚ ਜਿਹੜਾ ਸੀ ਭੂਮੀ ਦੀ ਪੈਦਾਵਾਰ ਕਿਸਾਨਾਂ ਵੱਲੋਂ ਕੀਤੀ ਜਾਂਦੀ ਸੀ, ਉਹਦਾ 10ਵਾਂ ਭਾਗ ਵੀ ਜਿਹੜਾ ਸੀ ਉਹ ਟੈਕਸ ਵਜੋਂ ਵਸੂਲ ਕਰਦਾ ਸੀ, ਜਿਸ ਨੂੰ ਟਿੱਥੇ ਕਿਹਾ ਜਾਂਦਾ ਸੀ। ਚਰਚ ਦਾ ਪ੍ਰਬੰਧ ਆਮ ਤੌਰ 'ਤੇ ਪਾਦਰੀ ਕਰਦੇ ਸੀਗੇ ਅਤੇ ਪਾਦਰੀਆਂ ਨੂੰ ਸਮਾਜ ਦਾ ਪਹਿਲਾ ਵਰਗ ਮੰਨਿਆ ਜਾਂਦਾ ਸੀ। ਫਰਾਂਸ ਦੇ ਵਿੱਚ ਇਹ 2 ਭਾਗਾਂ ਦੇ ਵਿੱਚ ਵੰਡੇ ਹੋਏ ਸੀਗੇ। ਇੱਕ ਸੀਗੇ ਉੱਚੇ ਦਰਜੇ ਦੇ ਪਾਦਰੀ ਅਤੇ ਦੂਸਰੇ ਨੀਵੇਂ ਦਰਜੇ ਦੇ ਪਾਦਰੀ। ਉੱਚੇ ਦਰਜੇ ਦੇ ਪਾਦਰੀਆਂ ਦੀ ਗੱਲ ਕਰਦੇ ਹਾਂ। ਟੋਟਲ ਕਿੰਨੇ ਸੀਗੇ ਉਸ ਵੇਲੇ ਫਰਾਂਸ ਦੇ ਵਿੱਚ? ਉੱਚੇ ਦਰਜੇ ਦੇ ਪਾਦਰੀਆਂ ਦੀ ਟੋਟਲ ਗਿਣਤੀ 10,000 ਤੋਂ ਲੈ ਕੇ 11,000 ਤੱਕ ਸੀਗੀ। ਇਹਦੇ ਵਿੱਚ ਸਾਰੇ ਉੱਚੇ ਅਧਿਕਾਰੀ ਆਉਂਦੇ ਸੀ। ਇਸ ਤਰ੍ਹਾਂ ਦੇ ਪਾਦਰੀ ਜਿਹੜੇ ਕਿ ਉੱਚੇ ਅਹੁਦਿਆਂ ਉੱਤੇ ਕੰਮ ਕਰ ਰਹੇ ਸੀਗੇ, ਜਿਵੇਂ ਆਰਕ ਬਿਸ਼ਪ ਹੈ, ਬਿਸ਼ਪ, ਵਿਕਾਰ ਜਨਰਲ,
ਕੈਥੇਡਰਲ, ਐਬਟ ਆਦਿ ਇਹ ਸਾਰੇ ਜਿਹੜੇ ਸੀ ਇਹ ਉੱਚੇ ਪਾਦਰੀਆਂ ਦੇ ਅਹੁਦੇ ਸੀਗੇ ਜਿਨ੍ਹਾਂ ਦੇ ਉੱਤੇ ਇਹ ਕੰਮ ਕਰਦੇ ਸੀਗੇ। ਇਹ ਸਾਰੇ ਲੋਕ ਜਿਹੜੇ ਸੀ ਕੁਲੀਨਾਂ ਦੇ ਪਰਿਵਾਰਾਂ ਨਾਲ ਸੰਬੰਧ ਰੱਖਦੇ ਸੀਗੇ, ਅਮੀਰ ਹੁੰਦੇ ਸੀਗੇ। ਚਰਚ ਦੀ ਸੰਪत्ति ਉੱਤੇ ਜਿੰਨੇ ਵੀ ਚਰਚ ਦੇ ਕੋਲ ਪੈਸਾ ਇਕੱਠਾ ਹੁੰਦਾ ਸੀ, ਐਕਚੁਅਲ ਰੂਪ ਦੇ ਵਿੱਚ ਇਹਨਾਂ ਦਾ ਹੀ ਇਹਦੇ ਉੱਤੇ ਅਧਿਕਾਰ ਹੁੰਦਾ ਸੀਗਾ ਕਿ ਇਸ ਪ੍ਰੋਪਰਟੀ ਨੂੰ ਕਿੱਦਾਂ ਯੂਜ਼ ਕਰਨਾ, ਪੈਸਾ ਕਿੱਥੇ ਖਰਚ ਕਰਨਾ, ਉਹ ਸਾਰਾ ਜਿਹੜਾ ਸੀ ਕੰਟਰੋਲ ਇਹਨਾਂ ਪਾਦਰੀਆਂ ਦੇ ਹੱਥ ਵਿੱਚ ਹੁੰਦਾ ਸੀ। ਇਸ ਤੋਂ ਇਲਾਵਾ ਕਿਸਾਨਾਂ ਕੋਲੋਂ ਜਿਹੜਾ 10ਵਾਂ ਹਿੱਸਾ ਟੈਕਸ ਦੇ ਰੂਪ ਵਿੱਚ ਵਸੂਲ ਕੀਤਾ ਜਾਂਦਾ ਸੀ, ਉਹਦੇ ਵਿੱਚੋਂ ਵੀ ਉਸ ਆਮਦਨ ਵਿੱਚ ਬਹੁਤਾ ਹਿੱਸਾ ਜਿਹੜਾ ਸੀ ਇਹਨਾਂ ਵੱਡੇ ਪਾਦਰੀਆਂ ਦੀਆਂ ਜੇਬਾਂ ਵਿੱਚ ਜਾਂਦਾ ਸੀ। ਇਸ ਤੋਂ ਇਲਾਵਾ ਇਹ ਵੱਡੇ ਪਾਦਰੀਆਂ ਨੂੰ ਕੁਲੀਨਾਂ ਦੇ ਸਾਰੇ ਖਾਸ ਅਧਿਕਾਰ ਮਿਲੇ ਹੋਏ ਸੀ ਅਤੇ ਸਰਕਾਰ ਨੂੰ ਕੋਈ ਵੀ ਟੈਕਸ ਨਹੀਂ ਸੀ ਦਿੰਦੇ। ਇਸ ਕਰਕੇ ਇਹ ਉੱਚੇ ਪਾਦਰੀ ਜਿਹੜੇ ਸੀ ਬਹੁਤ ਅਮੀਰ ਹੋ ਗਏ ਸੀ। ਲੇਕਿਨ ਅਮੀਰ ਹੋਣ ਦੇ ਬਾਵਜੂਦ ਵੀ ਆਪਣੇ ਧਾਰਮਿਕ ਕਰਤੱਵਾਂ ਦੀ ਪਾਲਣਾ ਸਹੀ ਤਰੀਕੇ ਨਾਲ ਨਹੀਂ ਕਰਦੇ ਸੀਗੇ। ਇੱਥੋਂ ਤੱਕ ਕਿ ਕਈ ਪਾਦਰੀ ਇੱਦਾਂ ਦੇ ਸੀਗੇ ਜਿਨ੍ਹਾਂ ਨੂੰ ਤਾਂ ਪ੍ਰਮਾਤਮਾ 'ਤੇ ਵੀ ਵਿਸ਼ਵਾਸ ਨਹੀਂ ਸੀਗਾ। ਅਤੇ ਇਸ ਤੋਂ ਇਲਾਵਾ ਜਿਵੇਂ ਆਪਾਂ ਹੁਣੇ ਪੜ੍ਹਿਆ ਕਿ ਇਹਨਾਂ ਕੋਲ ਇੰਨਾ ਪੈਸਾ ਜਿਹੜਾ ਸੀ ਉਹ ਇਕੱਠਾ ਹੋਈ ਜਾਂਦਾ ਸੀ, ਆਪਣੇ ਕੋਲ ਪ੍ਰੋਪਰਟੀ ਰੱਖੀ ਜਾਂਦੇ ਸੀਗੇ, ਟੈਕਸ ਦਾ ਬਹੁਤ ਸਾਰਾ ਪੈਸਾ ਵੀ ਆਪਣੇ ਕੋਲ ਰੱਖੀ ਜਾਂਦੇ ਸੀਗੇ। ਸੋ ਉਸ ਪੈਸੇ ਨੂੰ ਕਿੱਥੇ ਯੂਜ਼ ਕਰਦੇ ਸੀਗੇ, ਆਪਣੇ ਐਸ਼ੋ ਆਰਾਮ ਦੇ ਉੱਤੇ ਯੂਜ਼ ਕਰਦੇ ਸੀਗੇ, ਜਿਸ ਕਰਕੇ ਲੋਕਾਂ ਨੂੰ ਇਹਨਾਂ ਦੇ ਚਰਿੱਤਰ ਬਾਰੇ ਪਤਾ ਲੱਗ ਗਿਆ ਕਿ ਇਹ ਲੋਕ ਚਰਿੱਤਰਹੀਣ ਆ। ਲੋਕਾਂ ਦੇ ਵਿੱਚ ਇਹ ਲੋਕ ਬਦਨਾਮ ਹੋ ਗਏ ਅਤੇ ਇਸ ਜਿਵੇਂ ਆਪਾਂ ਹੁਣੇ ਗੱਲ ਕੀਤੀ ਕਿ ਈਸ਼ਵਰ ਦੀ ਹੋਂਦ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਰੱਖਦੇ। ਸੈਕਿੰਡ ਨੰਬਰ 'ਤੇ ਹੁਣ ਆਪਾਂ ਕਰਦੇ ਹਾਂ ਨੀਵੇਂ ਦਰਜੇ ਦੇ ਪਾਦਰੀ। ਨੀਵੇਂ ਦਰਜੇ ਦੇ ਪਾਦਰੀ ਜਿਹੜੇ ਸੀ ਉਹ ਫਰਾਂਸ ਦੇ ਵਿੱਚ ਉਸ ਵੇਲੇ 1,20,000 ਦੇ ਕਰੀਬ ਸੀਗੇ। ਇਹ ਸਾਰੇ ਜਿਹੜੇ ਨੀਵੇਂ ਦਰਜੇ ਦੇ ਪਾਦਰੀ ਆਉਂਦੇ ਸੀਗੇ ਇਹ ਸਧਾਰਨ ਪਰਿਵਾਰਾਂ ਦੇ ਵਿੱਚੋਂ ਹੁੰਦੇ ਸੀ। ਆਮ ਤੌਰ 'ਤੇ ਪਿੰਡਾਂ ਵਿੱਚ ਰਹਿਣਾ ਪਸੰਦ ਕਰਦੇ ਸੀ। ਇਹਨਾਂ ਨੂੰ ਆਮ ਤੌਰ 'ਤੇ ਪੈਰਿਸ਼ ਪੁਰੋਹਿਤ ਕਿਹਾ ਜਾਂਦਾ ਸੀ। ਆਪਣਾ ਕੰਮ ਵੀ ਬੜੀ ਇਮਾਨਦਾਰੀ ਨਾਲ ਕਰਦੇ ਸੀਗੇ, ਮਿਹਨਤ ਬਹੁਤ ਕਰਦੇ ਸੀਗੇ, ਧਾਰਮਿਕ ਫਰਜ਼ਾਂ ਦੀ ਪਾਲਣਾ ਵੀ ਕਰਦੇ ਸੀ ਸਹੀ ਤਰੀਕੇ ਨਾਲ। ਇਸ ਤੋਂ ਇਲਾਵਾ ਲੋਕਾਂ ਨੂੰ ਧਰਮ ਦੀ ਸਿੱਖਿਆ ਵੀ ਦਿੰਦੇ ਸੀਗੇ। ਜਨਮ, ਵਿਆਹ, ਧਰਮ ਪ੍ਰਵੇਸ਼ ਅਤੇ ਮੌਤ ਸੰਬੰਧੀ ਸਾਰੇ ਕਾਰਜ ਕਰਦੇ ਸੀ ਲੋਕਾਂ ਦੇ। ਇਸ ਤੋਂ ਇਲਾਵਾ ਚਰਚ ਵੱਲੋਂ ਜਿੰਨੇ ਵੀ ਸਕੂਲ ਚਲਾਏ ਜਾਂਦੇ ਸੀ ਉਹਨਾਂ ਦੀ ਨਿਗਰਾਨੀ ਕਰਨਾ ਵੀ ਇਹਨਾਂ ਦੀ ਡਿਊਟੀ ਹੁੰਦੀ ਸੀਗੀ। ਲੇਕਿਨ ਇੰਨੀਆਂ ਜ਼ਿਆਦਾ ਡਿਊਟੀਜ਼ ਹੋਣ ਦੇ ਬਾਵਜੂਦ ਵੀ ਇਹਨਾਂ ਨੂੰ ਤਨਖਾਹਾਂ ਬਹੁਤ ਘੱਟ ਮਿਲਦੀਆਂ ਸੀਗੀਆਂ। ਸਾਦਾ ਭੋਜਨ ਖਾਂਦੇ ਸੀ, ਕਈ ਵਾਰ ਫਟੇ ਪੁਰਾਣੇ ਕੱਪੜੇ ਪਾ ਕੇ ਗੁਜ਼ਾਰਾ ਕਰਨਾ ਪੈਂਦਾ ਸੀ। ਇਸ ਤਰ੍ਹਾਂ ਦੇ ਨਾਲ ਕੁੱਲ ਮਿਲਾ ਕੇ ਬਹੁਤ ਮੁਸ਼ਕਲ ਦੇ ਨਾਲ ਆਪਣਾ ਜੀਵਨ ਦਾ ਗੁਜ਼ਾਰਾ ਕਰਦੇ ਸੀਗੇ। ਇਸ ਕਰਕੇ ਕਿਉਂਕਿ ਇਹਨਾਂ ਦਾ ਜੀਵਨ ਨਿਰਬਾਹ ਔਖਾ ਸੀਗਾ, ਇਹ ਉੱਚੇ ਪਾਦਰੀਆਂ ਨੂੰ ਪਸੰਦ ਨਹੀਂ ਸੀ ਕਰਦੇ ਨੀਵੇਂ ਦਰਜੇ ਦੇ ਪਾਦਰੀ, ਅਤੇ ਉਹਨਾਂ ਨੂੰ ਨਫ਼ਰਤ ਕਰਦੇ ਸੀਗੇ, ਉਹਨਾਂ ਦੇ ਪ੍ਰਤੀ ਵੈਰ ਵਿਰੋਧੀ ਭਾਵਨਾ ਵੀ ਰੱਖਦੇ ਸੀਗੇ। ਲੇਕਿਨ ਇਹ ਜਿਹੜੇ ਨੀਵੇਂ ਦਰਜੇ ਦੇ ਪਾਦਰੀ ਸੀ ਇਹਨਾਂ ਨੂੰ ਸਮਾਜ ਦੇ ਤੀਜੇ ਵਰਗ ਦੇ ਨਾਲ ਬਹੁਤ ਜ਼ਿਆਦਾ ਹਮਦਰਦੀ ਸੀਗੀ ਅਤੇ ਫਰਾਂਸ ਦੀ ਕ੍ਰਾਂਤੀ ਆਰੰਭ ਹੋਣ 'ਤੇ ਇਸ ਵਰਗ ਦੇ ਜਿਹੜੇ ਪਾਦਰੀ ਸੀਗੇ ਇਹ ਝਟਪਟ ਹੀ ਸਮਾਜ ਦੇ ਤੀਜੇ ਵਰਗ ਦੇ ਨਾਲ ਜਾ ਕੇ ਸ਼ਾਮਿਲ ਹੋ ਗਏ। ਉੱਚੇ ਪਾਦਰੀਆਂ ਦਾ ਇਹਨਾਂ ਨੇ ਵਿਰੋਧ ਕੀਤਾ। ਹੁਣ ਆਪਾਂ ਫਰਾਂਸ ਦੇ ਸਮਾਜ ਦੇ ਦੂਸਰੇ ਵਰਗ ਬਾਰੇ ਪੜ੍ਹਨ ਲੱਗੇ ਹਾਂ। ਹਾਲੇ ਆਪਾਂ ਪਹਿਲਾ ਵਰਗ ਪੜ੍ਹ ਕੇ ਹਟੇ ਹਾਂ। ਪਹਿਲੇ ਵਰਗ ਦੇ ਵਿੱਚ ਆਪਾਂ ਕੀ ਪੜ੍ਹਿਆ, ਹੁਣੇ ਪਾਦਰੀਆਂ ਬਾਰੇ ਪੜ੍ਹਿਆ। ਪਾਦਰੀ ਕਿੰਨੇ ਤਰ੍ਹਾਂ ਦੇ ਹੁੰਦੇ ਸੀ, 2 ਤਰ੍ਹਾਂ ਦੇ ਹੁੰਦੇ ਸੀ, ਇੱਕ ਉੱਚੇ ਪਾਦਰੀ, ਦੂਸਰੇ ਨੀਵੇਂ ਪਾਦਰੀ। ਨਾਲ ਹੀ ਆਪਣੀ ਰਿਵੀਜ਼ਨ ਵੀ ਹੋ ਗਈ। ਹੁਣ ਆਪਾਂ ਕਰਦੇ ਹਾਂ ਸਮਾਜ ਦਾ ਦੂਸਰਾ ਵਰਗ, ਕੁਲੀਨ। ਦੇਖੋ ਇਸ ਤਰ੍ਹਾਂ ਦਾ ਹੁੰਦਾ ਸੀਗਾ ਕੁਲੀਨ ਵਰਗ। ਇਹਨਾਂ ਦੇ ਕੱਪੜਿਆਂ ਤੋਂ ਲੱਗਦਾ ਕਿ ਇਹਨਾਂ ਦੇ ਕੋਲ ਬੜਾ ਪੈਸਾ ਹੋਵੇਗਾ, ਬੜੇ ਐਸ਼ੋ ਆਰਾਮ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਹੋਣਗੇ ਨਾ, ਸੁੰਦਰ ਸੁੰਦਰ ਚੀਜ਼ਾਂ ਖਰੀਦਦੇ ਹੋਣਗੇ ਆਪਣੇ ਘਰਾਂ ਵਾਸਤੇ। ਦੂਸਰੇ ਵਰਗ ਵਿੱਚ ਕੁਲੀਨ ਆਉਂਦੇ ਸੀ। ਕੁਲੀਨ ਕਿਹਨਾਂ ਨੂੰ ਕਿਹਾ ਜਾਂਦਾ ਸੀ? ਸਮਾਜ ਦਾ ਦੂਜਾ ਵਰਗ ਕੁਲੀਨਾਂ ਦਾ ਹੁੰਦਾ ਸੀ। ਫਰਾਂਸ ਦੀ ਕੁੱਲ 2.5 ਕਰੋੜ ਦੇ ਲਗਭਗ ਜਨਸੰਖਿਆ ਵਿੱਚੋਂ ਕੁਲੀਨਾਂ ਦੀ ਗਿਣਤੀ ਤਕਰੀਬਨ ਫਰਾਂਸ ਦੇ ਵਿੱਚ ਉਸ ਵੇਲੇ 4 ਲੱਖ ਦੇ ਕਰੀਬ ਸੀ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਫਰਾਂਸ ਦੀ ਜਨਸੰਖਿਆ ਦੇ 2% ਤੋਂ ਵੀ ਘੱਟ ਲੋਕ ਸੀਗੇ। ਲੇਕਿਨ ਇਹ ਕੁਲੀਨ ਲੋਕ ਸ਼ੁਰੂ ਤੋਂ ਤਲਵਾਰ ਦੀ ਵਰਤੋਂ ਕਰਦੇ ਸੀ ਅਤੇ ਸਧਾਰਨ ਲੋਕਾਂ ਦੀ ਰੱਖਿਆ ਵਾਸਤੇ ਯੁੱਧ ਵਿੱਚ ਭਾਗ ਵੀ ਲੈਂਦੇ ਸੀਗੇ। ਇਸ ਕਰਕੇ ਇਹਨਾਂ ਨੂੰ ਤਲਵਾਰ ਦੇ ਕੁਲੀਨ ਕਿਹਾ ਜਾਂਦਾ ਸੀਗਾ। ਤਲਵਾਰ ਦੇ ਕੁਲੀਨ ਹੁੰਦੇ ਤਾਂ ਅਮੀਰ ਸੀਗੇ, ਲੇਕਿਨ ਇਹਨਾਂ ਦਾ ਕੰਮ ਕੀ ਹੁੰਦਾ ਸੀਗਾ ਕਿ ਸਧਾਰਨ ਲੋਕਾਂ ਦੀ ਰੱਖਿਆ ਕਰਨੀ। ਇਸ ਕਰਕੇ ਇਹਨਾਂ ਨੂੰ ਹਮੇਸ਼ਾ ਹੀ ਸ਼ਸਤਰ ਧਾਰਨ ਕਰਕੇ ਰੱਖਣੇ ਪੈਂਦੇ ਸੀ, ਤਲਵਾਰ ਆਪਣੇ ਕੋਲ ਰੱਖਣੀ ਪੈਂਦੀ ਸੀ। ਇਸ ਕਰਕੇ ਤਲਵਾਰ ਦੇ ਕੁਲੀਨ ਕਿਹਾ ਜਾਂਦਾ ਸੀਗਾ। ਲੂਈ 14ਵੇਂ ਦੇ ਸਮੇਂ ਤੋਂ ਕੁਲੀਨਾਂ ਦੀ ਇੱਕ ਨਵੀਂ ਸ਼੍ਰੇਣੀ ਹੋਂਦ ਵਿੱਚ ਆ ਗਈ ਸੀ, ਜਿਸ ਨੂੰ ਵਿਸ਼ੇਸ਼ ਪੁਸ਼ਾਕ ਪਹਿਨਣ ਕਰਕੇ ਬਸਤਰ ਦੇ ਕੁਲੀਨ ਕਿਹਾ ਜਾਣ ਲੱਗ ਪਿਆ। ਬਸਤਰ ਮੀਨ ਕੀ ਹੁੰਦਾ? ਕੱਪੜੇ ਹੁੰਦੇ ਆ। ਸੋ ਆਪਾਂ ਹੁਣ ਇਸ ਤਰ੍ਹਾਂ ਕੁਲੀਨ ਜਿਹੜੇ ਸੀ ਉਹ 2 ਤਰ੍ਹਾਂ ਦੇ ਹੁੰਦੇ ਸੀਗੇ। ਇਹ ਵੀ ਇੱਕ ਹੈਗੇ ਆ ਪੁਰਾਣੇ ਕੁਲੀਨ ਜਾਂ ਤਲਵਾਰ ਦੇ ਕੁਲੀਨ, ਦੂਸਰੇ ਹੈਗੇ ਨਵੇਂ ਕੁਲੀਨ ਜਾਂ ਬਸਤਰ ਦੇ ਕੁਲੀਨ। ਆਪਾਂ ਪਹਿਲਾਂ ਪੁਰਾਣੇ ਕੁਲੀਨਾਂ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੂੰ ਤਲਵਾਰ ਦੇ ਕੁਲੀਨ ਕਿਹਾ ਜਾਂਦਾ ਸੀ। ਫਰਾਂਸ ਦੇ ਪੁਰਾਣੇ ਕੁਲੀਨ ਤਲਵਾਰ ਦੇ ਕੁਲੀਨ ਅਖਵਾਉਂਦੇ ਸੀ। ਉਹ ਦੇਸ਼ ਦੀ ਸਾਰੀ ਭੂਮੀ ਦੇ ਲਗਭਗ 1/5 ਹਿੱਸੇ ਦੇ ਮਾਲਕ ਸੀ। ਇਹਦਾ ਮਤਲਬ ਕਿ ਫਰਾਂਸ ਦੀ ਲਗਭਗ 5ਵਾਂ ਹਿੱਸਾ ਪ੍ਰਾਪਰਟੀ ਜਿਹੜੀ ਸੀਗੀ ਉਹ ਇਹਨਾਂ ਅਮੀਰ ਲੋਕਾਂ ਦੇ ਕੋਲ ਹੁੰਦੀ ਸੀ। ਕੁਲੀਨਾਂ ਦਾ ਜਿਹੜਾ ਇਹਨਾਂ ਦਾ ਦਰਜਾ ਹੁੰਦਾ ਸੀ ਉਹ ਵੀ ਜੱਦੀ ਹੁੰਦਾ ਸੀ ਅਤੇ ਉਹ ਆਪਣੇ ਆਪ ਨੂੰ ਅਸਲੀ ਸਮਝਦੇ ਸੀ, ਸ਼ੁੱਧ ਨਸਲ ਦੇ ਸਮਝਦੇ ਸੀਗੇ। ਇਹ ਸਾਰੇ ਲਗਭਗ ਜਿਹੜੇ ਸੀ ਸਾਮੰਤ ਹੁੰਦੇ ਸੀ। ਕਾਫੀ ਸਮੇਂ ਤੱਕ ਇਹਨਾਂ ਨੂੰ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਪ੍ਰਬੰਧਕ ਦਾ ਕੰਮ, ਨਿਆਂਧੀਸ਼ ਅਤੇ ਸੈਨਿਕ ਨੇਤਾ ਦਾ ਕੰਮ ਜਿਹੜਾ ਸੀ ਉਹ ਕਰਨਾ ਪੈਂਦਾ ਸੀ।
ਲੇਕਿਨ ਫਰਾਂਸ ਦੀ ਕ੍ਰਾਂਤੀ ਸ਼ੁਰੂ ਹੋਣ ਤੋਂ ਪਹਿਲਾਂ ਬਹੁਤ ਸਾਰੇ ਕੁਲੀਨ ਸੀ ਜਿਨ੍ਹਾਂ ਨੇ ਆਪਣੇ ਸ਼ਾਸਨ ਸੰਬੰਧੀ ਕੰਮ ਕਰਨੇ ਛੱਡ ਦਿੱਤੇ ਸੀਗੇ। ਇਹਨਾਂ ਵਿੱਚੋਂ ਸਭ ਤੋਂ ਵੱਡੇ ਤੇ ਅਮੀਰ ਕੁਲੀਨ ਜਿਹੜੇ ਹੁੰਦੇ ਸੀ, ਜਿਨ੍ਹਾਂ ਦੀ ਗਿਣਤੀ 2000 ਦੇ ਕਰੀਬ ਸੀ, ਇਹ ਵਰਸਾਏ ਦੇ ਵਿੱਚ ਬਾਦਸ਼ਾਹ ਦੀ ਛਤਰ ਛਾਇਆ ਹੇਠ ਰਹਿੰਦੇ ਸੀਗੇ। ਇਹਨਾਂ ਨੂੰ ਦਰਬਾਰੀ ਕੁਲੀਨ ਕਿਹਾ ਜਾਂਦਾ ਸੀ। ਇਹ ਬਹੁਤ ਉੱਚੇ ਉੱਚੇ ਅਹੁਦਿਆਂ ਦੇ ਉੱਤੇ ਲੱਗੇ ਹੁੰਦੇ ਸੀਗੇ, ਇਸ ਕਰਕੇ ਇਹ ਹਮੇਸ਼ਾ ਬਾਦਸ਼ਾਹ ਦੀ ਛਤਰ ਛਾਇਆ ਦੇ ਵਿੱਚ ਵਰਸਾਏ ਦੇ ਮਹਿਲ ਵਿੱਚ ਰਹਿੰਦੇ ਸੀ, ਜਿੱਥੇ ਰਾਜਾ ਰਹਿੰਦਾ ਸੀ ਫਰਾਂਸ ਦਾ, ਤੇ ਭੋਗ ਵਿਲਾਸ ਦਾ ਜੀਵਨ ਬਤੀਤ ਕਰਦੇ ਸੀਗੇ। ਵਧੀਆ ਵਧੀਆ ਖਾਣੇ ਖਾਣੇ, ਸੋਹਣੇ ਕੱਪੜੇ ਪਾਉਣੇ, ਐਸ਼ੋ ਆਰਾਮ ਦਾ ਜੀਵਨ ਬਿਤਾਉਣਾ, ਇਹ ਇਹਨਾਂ ਕੁਲੀਨਾਂ ਦਾ ਕੰਮ ਹੁੰਦਾ ਸੀ। ਬਾਕੀ ਦੇ ਜਿਹੜੇ ਕੁਲੀਨ ਹੁੰਦੇ ਸੀ ਉਹ ਸਾਰੇ ਪਿੰਡਾਂ ਵਿੱਚ ਰਹਿੰਦੇ ਸੀ, ਜਿਨ੍ਹਾਂ ਨੂੰ ਪੇਂਡੂ ਕੁਲੀਨ ਕਿਹਾ ਜਾਂਦਾ ਸੀ। ਇਹ ਦਰਬਾਰੀ ਕੁਲੀਨਾਂ ਨਾਲੋਂ ਥੋੜ੍ਹੇ ਘੱਟ ਅਮੀਰ ਹੁੰਦੇ ਸੀ। ਇਹਦਾ ਮਤਲਬ ਆਪਾਂ ਹੁਣ ਕੀ ਸਮਝੇ, ਦੇਖੋ ਇਹ ਜਿਹੜੇ ਕੁਲੀਨ ਹੁੰਦੇ ਸੀਗੇ, ਇੱਕ ਤਾਂ ਵਰਗ ਇਹਨਾਂ ਵਿੱਚੋਂ ਉਹ ਹੁੰਦਾ ਸੀ ਜਿਨ੍ਹਾਂ ਨੂੰ ਉੱਚੇ ਅਹੁਦੇ ਮਿਲੇ ਹੋਏ ਸੀ ਨਾ, ਜਿਹੜੇ ਐਸ਼ੋ ਆਰਾਮ ਦਾ ਜੀਵਨ ਬਤੀਤ ਕਰਦੇ ਸੀ, ਮਹਿਲਾਂ ਵਿੱਚ ਰਹਿੰਦੇ ਸੀ। ਦੂਜੇ ਜਿਹੜੇ ਆਮ ਕੁਲੀਨ ਹੁੰਦੇ ਸੀਗੇ ਉਹ ਪਿੰਡਾਂ ਵਿੱਚ ਰਹਿੰਦੇ ਸੀਗੇ। ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਵਿੱਚੋਂ ਕਈਆਂ ਨੇ ਆਪਣੀਆਂ ਜ਼ਮੀਨਾਂ ਦੇ ਕੁਝ ਭਾਗ, ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਕੁਲੀਨ ਆ, ਉਹਨਾਂ ਨੂੰ ਆਪਣੇ ਜਿਹੜੀ ਜ਼ਮੀਨ ਵੀ ਸੀ ਉਹ ਵੇਚਣੀ ਪਈ। ਉਹਨਾਂ ਨੂੰ ਕਈਆਂ ਨੂੰ ਤਾਂ ਆਪਣੇ ਖਾਸ ਅਧਿਕਾਰ ਵੀ ਜਿਹੜੇ ਸੀ ਉਹ ਵੇਚਣੇ ਪੈ ਗਏ। ਅਜਿਹੇ ਕੁਲੀਨਾਂ ਕੋਲ ਆਪਣੇ ਸਾਮੰਤੀ ਅਧਿਕਾਰ ਤੇ ਅਭਿਮਾਨ ਦੇ ਸਿਵਾਏ ਕੁਝ ਨਹੀਂ ਰਹਿ ਗਿਆ ਸੀ। ਆਪਾਂ ਗੱਲ ਕਰ ਰਹੇ ਹਾਂ ਹੁਣ ਫਰਾਂਸ ਦੀ ਕ੍ਰਾਂਤੀ ਦੇ ਲਾਗੇ ਦੀ, ਮਤਲਬ ਜਦੋਂ ਫਰਾਂਸ ਦੀ ਕ੍ਰਾਂਤੀ ਹੋਣ ਵਾਲੀ ਸੀ ਉਦੋਂ ਇਹਨਾਂ ਕੁਲੀਨਾਂ ਦਾ ਕੀ ਹਾਲ ਹੋਇਆ, ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਸੀ, ਭਾਵ ਕਿ ਇਹਨਾਂ ਨੇ ਆਪਣੇ ਅਧਿਕਾਰ ਜਿਹੜੇ ਸੀ ਉਹ ਛੱਡ ਦਿੱਤੇ ਸੀਗੇ। ਇਹਨਾਂ ਦੇ ਕੋਲ ਫੋਕਾ ਜਿਹੜਾ ਸੀ ਅਭਿਮਾਨ ਰਹਿ ਗਿਆ ਸੀ, ਹੋਰ ਕੁਛ ਵੀ ਨਹੀਂ ਸੀਗਾ, ਪੈਸਾ ਵੀ ਨਹੀਂ ਸੀਗਾ ਬਹੁਤਾ, ਤੇ ਹੋਰ ਕੋਈ ਕੰਮ ਉਹ ਕਰ ਨਹੀਂ ਸਕਦੇ ਸੀ। ਜਿਵੇਂ ਸਮਝਦੇ ਸੀਗੇ ਕਿ ਅਸੀਂ ਛੋਟਾ ਕੰਮ ਨਹੀਂ ਕਰ ਸਕਦੇ। ਕੁਲੀਨਾਂ ਨੂੰ ਬਹੁਤ ਸਾਰੇ ਅਧਿਕਾਰ ਮਿਲੇ ਹੋਏ ਸੀ। ਇੱਕ ਤਾਂ ਉਹਨਾਂ ਦੀਆਂ ਬਹੁਤ ਸਾਰੀਆਂ ਪਦਵੀਆਂ ਹੁੰਦੀਆਂ ਸੀ, ਉਹ ਪਦਵੀਆਂ ਉਹਨਾਂ ਨੂੰ ਸਮਰਾਟ ਵੱਲੋਂ ਮਿਲ ਜਾਂਦੀਆਂ ਸੀ, ਜਿਵੇਂ ਡਿਊਕ, ਮਾਰਕੁਇਜ਼, ਕਾਊਂਟ, ਵਿਸਕਾਊਂਟ। ਉਹਨਾਂ ਨੂੰ ਆਪਣੇ ਕੋਲ ਤਲਵਾਰ ਰੱਖਣ ਦਾ ਅਧਿਕਾਰ ਮਿਲਿਆ ਹੋਇਆ ਸੀ। ਸੈਨਿਕਾਂ ਤੋਂ ਇਲਾਵਾ ਸਧਾਰਨ ਲੋਕਾਂ ਨੂੰ ਇਹ ਅਧਿਕਾਰ ਹੈ ਨਹੀਂ ਸੀ। ਕੁਲੀਨਾਂ ਵਿਰੁੱਧ ਫੌਜਦਾਰੀ ਮੁਕੱਦਮਿਆਂ ਦਾ ਫੈਸਲਾ ਜਿਹੜਾ ਸੀ ਉਹ ਕੇਵਲ ਪਾਰਲੀਮਾਨਾਮੀ ਉੱਚ ਅਦਾਲਤਾਂ ਵਿੱਚ ਹੀ ਕੀਤਾ ਜਾ ਸਕਦਾ ਸੀ। ਉਹਨਾਂ ਨੂੰ ਭੂਮੀ ਕਰ ਅਤੇ ਦੂਸਰੇ ਸਾਰੇ ਟੈਕਸਾਂ ਤੋਂ ਛੋਟ ਸੀਗੀ। ਸੈਨਾ, ਚਰਚ ਤੇ ਰਾਜ ਸੰਬੰਧੀ ਸਾਰੀਆਂ ਉੱਚੀਆਂ ਪਦਵੀਆਂ ਉੱਤੇ ਕੇਵਲ ਕੁਲੀਨਾਂ ਨੂੰ ਹੀ ਲਾਇਆ ਜਾਂਦਾ ਸੀ। ਇਸ ਤੋਂ ਇਲਾਵਾ ਹੋਰ ਵੱਡਾ ਅਧਿਕਾਰ ਇਹਨਾਂ ਨੂੰ ਕੀ ਮਿਲਿਆ ਹੋਇਆ ਸੀ, ਕਿਸਾਨਾਂ ਦੇ ਸਾਮੰਤਾਂ ਦੇ ਰੂਪ ਵਿੱਚ ਵੀ ਇਹਨਾਂ ਨੂੰ ਬਹੁਤ ਸਾਰੇ ਅਧਿਕਾਰ ਮਿਲੇ ਹੋਏ ਸੀ। ਸਾਮੰਤ ਨੂੰ ਕਿਸਾਨਾਂ ਦੇ ਖੇਤਾਂ ਦੇ ਲਾਗੇ ਦੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਦਾ ਅਧਿਕਾਰ, ਕਬੂਤਰ ਪਾਲਣ ਦਾ ਖਾਸ ਅਧਿਕਾਰ ਸੀਗਾ। ਕਿਸਾਨਾਂ ਨੂੰ ਖੇਤਾਂ ਤੋਂ ਪੈਦਾਵਾਰ ਦਾ ਕੁਝ ਭਾਗ ਸਾਮੰਤਾਂ ਨੂੰ ਦੇਣਾ ਪੈਂਦਾ ਸੀ। ਸਾਮੰਤ ਕਿਹੜੇ ਹੋ ਗਏ, ਜਿਹੜੇ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਕਿ ਜਿਹੜੇ ਕੁਲੀਨ ਸੀ ਇਹਨਾਂ ਨੂੰ ਸਾਮੰਤਾਂ ਵਾਲੇ ਅਧਿਕਾਰ ਵੀ ਮਿਲੇ ਹੋਏ ਸੀਗੇ। ਜ਼ਮੀਨਾਂ ਦੀ ਵਿਕਰੀ ਕਰਨੀ ਆ ਜਾਂ ਬਦਲੀ ਕਰਨੀ ਆ, ਉਹਦੇ ਮੁੱਲ ਦਾ ਕੁਝ ਭਾਗ ਜਿਹੜਾ ਸੀ ਉਹ ਸਾਮੰਤ ਨੂੰ ਦੇਣਾ ਪੈਂਦਾ ਸੀ ਕਿਸਾਨ ਨੂੰ। ਸਾਮੰਤ ਆਪਣੇ ਇਲਾਕੇ ਵਿੱਚ ਜਿਹੜੇ ਵੀ ਮੇਲੇ ਲੱਗਦੇ ਸੀ, ਮੰਡੀਆਂ ਲੱਗਦੀਆਂ ਸੀ, ਉਹਨਾਂ ਤੋਂ ਵੀ ਟੈਕਸ ਵਸੂਲ ਕਰ ਸਕਦੇ ਸੀਗੇ। ਵਿਆਹ ਉੱਤੇ ਜਾਂ ਕਿਸੇ ਹੋਰ ਅਵਸਰ ਦੇ ਉੱਤੇ ਵੀ ਕਿਸਾਨ ਜਿਹੜੇ ਸੀ ਉਹਨਾਂ ਨੂੰ ਸਾਮੰਤਾਂ ਨੂੰ ਟੈਕਸ ਜਿਹੜੇ ਸੀ ਉਹ ਦੇਣੇ ਪੈਂਦੇ ਸੀ, ਜਾਂ ਕੋਈ ਤੋਹਫੇ ਵਜੋਂ ਕੋਈ ਚੀਜ਼ ਜਿਹੜੀ ਸੀ ਉਹ ਦੇਣੀ ਪੈਂਦੀ ਸੀ। ਇਹ ਤਾਂ ਸੀਗੇ ਪੁਰਾਣੇ ਕੁਲੀਨ ਜਾਂ ਤਲਵਾਰ ਦੇ ਕੁਲੀਨ। ਹੁਣ ਆਪਾਂ ਨਵੇਂ ਕੁਲੀਨਾਂ ਦੀ ਗੱਲ ਕਰਦੇ ਹਾਂ। ਲੂਈ 14ਵੇਂ ਦੇ ਸਮੇਂ ਤੋਂ ਕੁਲੀਨਾਂ ਦੀ ਇੱਕ ਨਵੀਂ ਸ਼੍ਰੇਣੀ ਹੋਂਦ ਵਿੱਚ ਆ ਗਈ ਸੀ, ਜੋ ਕਿ ਖਾਸ ਤਰ੍ਹਾਂ ਦੇ ਕੱਪੜੇ ਪਾਉਂਦੇ ਸੀਗੇ, ਇਸ ਕਰਕੇ ਇਹਨਾਂ ਨੂੰ ਬਸਤਰ ਦੇ ਕੁਲੀਨ ਕਿਹਾ ਜਾਂਦਾ ਸੀਗਾ। ਕੁਲੀਨਾਂ ਦੀ ਇਸ ਸ਼੍ਰੇਣੀ ਦੀ ਉਤਪਤੀ ਦਾ ਕਾਰਨ ਇਹ ਸੀ ਕਿ ਬਾਦਸ਼ਾਹ ਦੇ ਕੋਲ ਪੈਸੇ ਦੀ ਕਮੀ ਹੋ ਗਈ ਸੀ ਸ਼ਾਸਨ ਪ੍ਰਬੰਧ ਨੂੰ ਸਹੀ ਤਰੀਕੇ ਨਾਲ ਚਲਾਉਣ ਵਾਸਤੇ, ਤੇ ਉਸ ਤੋਂ ਬਾਅਦ ਵਿੱਤ ਤੇ ਨਿਆਂ ਸੰਬੰਧੀ ਉਸਨੇ ਬਹੁਤ ਸਾਰੀਆਂ ਉੱਚੀਆਂ ਪਦਵੀਆਂ ਜਿਹੜੀਆਂ ਸੀ ਇਹਨਾਂ ਮੱਧ ਸ਼੍ਰੇਣੀ ਦੇ ਲੋਕਾਂ ਨੂੰ ਜਦੋਂ ਵੇਚ ਦਿੱਤੀਆਂ, ਤਾਂ ਇਹਨਾਂ ਨੂੰ ਬਹੁਤ ਸਾਰੇ ਕੁਲੀਨਾਂ ਦੇ ਖਾਸ ਅਧਿਕਾਰ ਵੀ ਨਾਲ ਹੀ ਪ੍ਰਾਪਤ ਹੋ ਗਏ। ਇਹਨਾਂ ਨਵੇਂ ਕੁਲੀਨਾਂ ਨੇ ਹੌਲੀ ਹੌਲੀ ਜ਼ਮੀਨਾਂ ਵੀ ਖਰੀਦ ਲਈਆਂ ਅਤੇ ਉਹਨਾਂ ਨੇ ਹੌਲੀ ਹੌਲੀ ਉਹਨਾਂ ਦੇ ਕੁਲੀਨਾਂ ਦੇ ਅਹੁਦੇ ਜਿਹੜੇ ਸੀ ਉਹ ਜੱਦੀ ਹੋ ਗਏ। ਬਸਤਰ ਦੇ ਕੁਲੀਨਾਂ ਵਿੱਚੋਂ ਪੈਰਿਸ ਦੀ ਪਾਰਲੇਮਾ ਵਿੱਚ ਉੱਚ ਅਦਾਲਤ ਤੇ 12 ਪ੍ਰਾਂਤਾਂ ਵਿੱਚ ਜਿਹੜੀਆਂ ਦੂਸਰੀਆਂ ਪਾਰਲੇਮਾ ਸੀਗੀਆਂ ਉਹਨਾਂ ਵਿੱਚ ਇਹ ਜੱਜ ਦੇ ਤੌਰ ਦੇ ਉੱਤੇ ਇਹ ਕੰਮ ਕਰਨ ਲੱਗ ਪਏ, ਕਿਉਂਕਿ ਇਹਨਾਂ ਨੇ ਇਹ ਅਹੁਦੇ ਜਿਹੜੇ ਸੀ ਯੋਗਤਾ ਦੇ ਆਧਾਰ 'ਤੇ ਪ੍ਰਾਪਤ ਨਹੀਂ ਸੀ ਕੀਤੇ, ਬਲਕਿ ਕਿੱਦਾਂ ਮਿਲੇ ਸੀ ਇਹਨਾਂ ਨੂੰ ਮਿਲੇ ਸੀਗੇ ਪੈਸੇ ਦੇ ਕੇ। ਇਹਨਾਂ ਨੇ ਇਹ ਅਹੁਦੇ ਜਿਹੜੇ ਸੀ ਇਹ ਖਰੀਦੇ ਸੀ, ਕਿਉਂਕਿ ਇਹ ਬਹੁਤ ਅਮੀਰ ਹੁੰਦੇ ਸੀ। ਆਪਣੇ ਪਿਤਾ ਦਾਦੇ ਤੋਂ ਵਿਰਸੇ ਵਿੱਚ ਪ੍ਰਾਪਤ ਕੀਤੇ ਗਏ ਧਨ ਤੋਂ ਇਲਾਵਾ ਇਹਨਾਂ ਨੇ ਆਪਣੇ ਅਹੁਦਿਆਂ ਤੋਂ ਵੀ ਬੜਾ ਪੈਸਾ ਕਮਾਇਆ, ਜ਼ਮੀਨਾਂ ਵੀ ਖਰੀਦ ਲਈਆਂ, ਕਾਫੀ ਆਮਦਨ ਇਹਨਾਂ ਨੂੰ ਹੋ ਜਾਂਦੀ ਸੀਗੀ। ਦੇ ਲੂਈ 15ਵੇਂ ਤੇ ਲੂਈ 16ਵੇਂ ਦੇ ਸਮੇਂ ਵਿੱਚ ਪੈਰਿਸ ਦੀ ਪਾਰਲੇਮਾ ਦੀ ਸ਼ਕਤੀ ਬਹੁਤ ਜ਼ਿਆਦਾ ਵੱਧ ਗਈ ਸੀ। ਨਿਆਂ ਸੰਬੰਧੀ ਕੰਮ ਕਰਨ ਤੋਂ ਇਲਾਵਾ ਇਹ ਉੱਚ ਅਦਾਲਤ ਬਾਦਸ਼ਾਹ ਦੇ ਸਾਰੇ ਆਦੇਸ਼ਾਂ ਨੂੰ ਰਜਿਸਟਰ ਵੀ ਕਰਦੀ ਸੀਗੀ। ਪਾਰਲੇਮਾ ਨੇ ਬਾਦਸ਼ਾਹ ਅਤੇ ਉਸਦੇ ਮੰਤਰੀਆਂ ਦੇ ਬਹੁਤ ਸਾਰੇ ਕੰਮਾਂ ਦਾ ਵਿਰੋਧ ਕੀਤਾ। ਸੋ ਇਹਦਾ ਮਤਲਬ ਕੀ ਹੋਇਆ ਕਿ ਜਿਹੜੀ ਪਾਰਲੇਮਾ ਨਾਮ ਦੀ ਉੱਚ ਅਦਾਲਤਾਂ ਹੁੰਦੀਆਂ ਸੀਗੀਆਂ, ਉਹਨਾਂ ਵਿੱਚ ਇਸ ਮੱਧ ਸ਼੍ਰੇਣੀ ਦੇ ਲੋਕ ਜਿਹੜੇ ਸੀਗੇ ਉਹਨਾਂ ਨੇ ਜੱਜਾਂ ਦੇ ਅਹੁਦਿਆਂ ਨੂੰ, ਉਹਨਾਂ ਜੌਬਸ ਨੂੰ ਖਰੀਦ ਲਿਆ ਤੇ ਉਹ ਜੱਜ ਲੱਗ ਗਏ। ਇਸ ਕਰਕੇ ਇਹਨਾਂ ਨੇ ਹੌਲੀ ਹੌਲੀ ਜਿਹੜਾ ਸੀ ਉਹ ਫਰਾਂਸ ਦੇ ਸਮਰਾਟ ਦੀ ਸ਼ਕਤੀ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ। ਲੂਈ 16ਵੇਂ ਦੇ ਵਿੱਤ ਮੰਤਰੀਆਂ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਨੂੰ ਅਸਫਲ ਕਰਨ ਵਾਲੀ ਵੀ ਪੈਰਿਸ ਦੀ ਪਾਰਲੇਮਾ ਸੀਗੀ। ਸਭ ਤੋਂ ਪਹਿਲੀ
ਪਹਿਲਾਂ ਪਾਰਲੀਮੈਂਟ ਨੇ ਹੀ ਸਟੇਟਸ ਜਨਰਲ ਦਾ ਸਮਾਗਮ ਬੁਲਾਉਣ ਲਈ ਜ਼ੋਰ ਦਿੱਤਾ ਸੀਗਾ। ਇਸ ਤਰ੍ਹਾਂ ਕ੍ਰਾਂਤੀ ਨੂੰ ਆਰੰਭ ਕਰਨ ਵਾਲਾ ਵਾਸਤਵਿਕ ਰੂਪ ਦੇ ਵਿੱਚ ਨਵਾਂ ਕੁਲੀਨ ਵਰਗ ਹੀ ਸੀਗਾ। ਤੀਸਰੇ ਵਰਗ ਦੀ ਗੱਲ ਕਰਦੇ ਹਾਂ ਆਪਾਂ ਹੁਣ। ਤੀਸਰੇ ਵਰਗ ਦੇ ਵਿੱਚ ਸਧਾਰਨ ਲੋਕ ਆਉਂਦੇ ਸੀਗੇ। ਸਧਾਰਨ ਲੋਕ ਵੀ ਜਿਹੜੇ ਸੀ ਅੱਗੋਂ 3 ਭਾਗਾਂ ਦੇ ਵਿੱਚ ਵੰਡੇ ਹੋਏ ਸੀ, ਜਿਵੇਂ ਕਿਸਾਨ ਹੋ ਗਏ ਨਾ, ਮੱਧ ਸ਼੍ਰੇਣੀ ਦੇ ਲੋਕ ਹੋ ਗਏ, ਅਤੇ ਤੀਸਰਾ ਜਿਹੜੇ ਮਜ਼ਦੂਰ ਵਗੈਰਾ ਹੁੰਦੇ ਸੀਗੇ। ਪਹਿਲੇ ਅਤੇ ਦੂਸਰੇ ਵਿਸ਼ੇਸ਼ ਅਧਿਕਾਰ ਯੁਕਤ ਵਰਗ ਫਰਾਂਸ ਦੀ ਕੁੱਲ ਜਨਸੰਖਿਆ ਦੇ 2% ਸੀਗੇ, ਜਿਨ੍ਹਾਂ ਬਾਰੇ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਕਿ ਜਿਹੜੇ ਪਾਦਰੀ ਸੀ ਜਾਂ ਕੁਲੀਨ ਸੀਗੇ ਉਹ ਫਰਾਂਸ ਵਿੱਚ ਕੇਵਲ 2% ਸੀਗੇ, ਮਤਲਬ 2% ਤੋਂ ਵੀ ਘੱਟ ਸੀਗੇ। ਅਤੇ ਬਾਕੀ ਹੁਣ 98% ਜਿਹੜੀ ਜਨਤਾ ਹੈ, 98% ਭਾਗ ਹੈ, ਉਹ ਕਿਹੜੇ ਲੋਕਾਂ ਦਾ ਸੀ? ਉਹ ਸਧਾਰਨ ਲੋਕਾਂ ਦਾ ਸੀਗਾ। ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਦੇ ਕੋਲ ਕੋਈ ਅਧਿਕਾਰ ਨਹੀਂ ਸੀ ਹੁੰਦਾ, ਅਤੇ ਅਧਿਕਾਰ ਤਾਂ ਬੇਸ਼ੱਕ ਇਹਨਾਂ ਕੋਲ ਨਹੀਂ ਹੁੰਦਾ ਸੀ, ਪਰ ਇਹਨਾਂ ਵਿੱਚ ਵੀ ਕਈ ਅਮੀਰ ਲੋਕ ਹੁੰਦੇ ਸੀ, ਜਿਵੇਂ ਕਈ ਤਾਂ ਵੱਡੇ ਵੱਡੇ ਉਦਯੋਗਪਤੀ ਬਣ ਗਏ, ਅਤੇ ਨੀਚੇ ਸਭ ਤੋਂ ਨੀਚੇ ਦੀ ਕੈਟੇਗਰੀ 'ਤੇ ਨੀਚੇ ਲੈਵਲ 'ਤੇ ਚਲੇ ਜਾਓ, ਅਤੇ ਕਈ ਇਹਦੇ ਵਿੱਚੋਂ ਸਭ ਤੋਂ ਗਰੀਬ ਲੋਕ ਵੀ ਹੁੰਦੇ ਸੀ, ਈਵਨ ਕਿ ਮੰਗਤੇ ਵਗੈਰਾ ਵੀ ਇਹਦੇ ਵਿੱਚ ਆ ਜਾਂਦੇ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਤੀਸਰੇ ਵਰਗ ਦੇ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਲੋਕ ਜਿਹੜੇ ਸੀ ਉਹ ਸ਼ਾਮਿਲ ਸੀ। ਜਿਵੇਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਕਿਸਾਨਾਂ ਦੀ। ਫਰਾਂਸ ਇੱਕ ਕ੍ਰਿਸ਼ੀ ਪ੍ਰਧਾਨ ਦੇਸ਼ ਸੀ, ਮਤਲਬ ਖੇਤੀਬਾੜੀ ਵਾਲਾ ਦੇਸ਼ ਸੀਗਾ, ਜਿਸ ਦੇ ਲਗਭਗ 80% ਲੋਕ ਪਿੰਡਾਂ ਵਿੱਚ ਰਹਿੰਦੇ ਸੀ, ਖੇਤੀਬਾੜੀ ਦਾ ਕੰਮ ਧੰਦਾ ਕਰਦੇ ਸੀਗੇ। ਫਰਾਂਸੀਸੀ ਕ੍ਰਾਂਤੀ ਸਮੇਂ ਫਰਾਂਸ ਦੀ 2.5 ਕਰੋੜ ਜਨਸੰਖਿਆ ਵਿੱਚੋਂ ਲਗਭਗ 2 ਕਰੋੜ ਤਾਂ ਕਿਸਾਨ ਹੀ ਸੀਗੇ। ਕਿਸਾਨਾਂ ਦੀਆਂ ਬਹੁਤ ਸਾਰੀਆਂ ਸ਼੍ਰੇਣੀਆਂ ਸੀਗੀਆਂ। ਕਿਸਾਨ ਕਿੰਨੇ ਤਰ੍ਹਾਂ ਦੇ ਹੁੰਦੇ ਸੀਗੇ? ਪਹਿਲੀ ਸ਼੍ਰੇਣੀ ਉਹ ਨਾ ਕਿਸਾਨਾਂ ਦੀ ਸੀ ਜਿਹੜੇ ਭੂਮੀ ਦੇ ਮਾਲਕ ਹੁੰਦੇ ਸੀਗੇ। ਦੇਸ਼ ਦੀ 30% ਤੋਂ 40% ਭੂਮੀ ਦੇ ਮਾਲਕ ਹੁੰਦੇ ਸੀਗੇ। ਲੇਕਿਨ ਭੂਮੀ ਕਿੱਦਾਂ ਦੀ ਹੁੰਦੀ ਸੀਗੀ? ਇਹਨਾਂ ਕੋਲ ਜ਼ਮੀਨਾਂ ਦੇ ਛੋਟੇ ਛੋਟੇ ਟੁਕੜੇ ਹੁੰਦੇ ਸੀਗੇ। ਦੂਸਰੀ ਸ਼੍ਰੇਣੀ ਵਿੱਚ ਮੁਜ਼ਾਰੇ ਹੁੰਦੇ ਸੀਗੇ, ਅਤੇ ਜਿਨ੍ਹਾਂ ਨੂੰ ਖੇਤਾਂ ਵਿੱਚ ਜਿਹੜਾ ਸੀਗਾ ਇਹ ਮੁਜ਼ਾਰੇ ਕਿਹਾ ਜਾਂਦਾ ਸੀਗਾ। ਉਹ ਜ਼ਿਮੀਂਦਾਰਾਂ ਤੋਂ ਥੋੜ੍ਹੇ ਸਾਲਾਂ ਵਾਸਤੇ ਜ਼ਮੀਨ ਠੇਕੇ 'ਤੇ ਲੈ ਲੈਂਦੇ ਸੀ, ਅਤੇ ਦੂਜੇ ਟੈਕਸਾਂ ਤੋਂ ਇਲਾਵਾ ਜ਼ਿਮੀਂਦਾਰਾਂ ਨੂੰ ਪੈਦਾਵਾਰ ਦਾ ਲਗਭਗ ਅੱਧਾ ਭਾਗ ਟੈਕਸ ਦੇ ਰੂਪ ਵਿੱਚ ਵੀ ਇਹਨਾਂ ਨੂੰ ਦੇਣਾ ਪੈਂਦਾ ਸੀ। ਇਹ ਮੁਜ਼ਾਰੇ ਜਿਹੜੇ ਸੀ ਭਾਵ ਕਿ ਜ਼ਮੀਨਾਂ ਦੇ ਮਾਲਕ ਨਹੀਂ ਸੀ ਹੁੰਦੇ, ਪਰ ਇਹ ਜ਼ਿਮੀਂਦਾਰਾਂ ਕੋਲੋਂ, ਸਾਮੰਤਾਂ ਕੋਲੋਂ ਜ਼ਮੀਨ ਕਿਰਾਏ 'ਤੇ ਲੈ ਕੇ, ਠੇਕੇ 'ਤੇ ਲੈ ਕੇ ਵਾਹੀ ਦਾ ਕੰਮ ਕਰਦੇ ਸੀਗੇ। ਅਤੇ ਜਿੱਥੇ ਸਰਕਾਰ ਨੂੰ ਬਾਕੀ ਟੈਕਸ ਪੇ ਕਰਦੇ ਸੀ, ਉੱਥੇ ਨਾਲ ਨਾਲ ਜਿਹੜੀ ਉਪਜ ਹੁੰਦੀ ਸੀ ਇਹਨਾਂ ਦੀ, ਉਹਦੇ ਵਿੱਚੋਂ ਅੱਧਾ ਭਾਗ ਜਿਹੜਾ ਸੀ ਉਹ ਸਾਮੰਤਾਂ ਨੂੰ ਜਾਂ ਜ਼ਿਮੀਂਦਾਰਾਂ ਨੂੰ ਟੈਕਸ ਦੇ ਰੂਪ ਵਿੱਚ ਦੇ ਦਿੰਦੇ ਸੀਗੇ, ਜਿਸ ਕਰਕੇ ਇਹ ਲੋਕ ਗਰੀਬ ਹੁੰਦੇ ਸੀ, ਮੁਜ਼ਾਰੇ ਜਿਹੜੇ ਹੁੰਦੇ ਸੀ। ਤੀਸਰੀ ਸ਼੍ਰੇਣੀ ਵਿੱਚ ਉਹ ਕਿਸਾਨ ਹੁੰਦੇ ਸੀ ਜਿਹੜੇ ਦਾਸ ਹੁੰਦੇ ਸੀਗੇ, ਜਿਹੜੀ ਆਪਣੀ ਇੱਛਾ ਦੇ ਅਨੁਸਾਰ ਜ਼ਿਮੀਂਦਾਰਾਂ ਦੀ ਜ਼ਮੀਨ ਨੂੰ ਛੱਡ ਕੇ ਨਹੀਂ ਸੀ ਜਾ ਸਕਦੇ, ਭਾਵ ਕਿ ਉਹਨਾਂ ਨੂੰ ਮਜਬੂਰੀ ਵਿੱਚ ਖੇਤੀਬਾੜੀ ਕਰਨੀ ਪੈਂਦੀ ਸੀਗੀ। ਇਹਨਾਂ ਦੀ ਗਿਣਤੀ ਉਸ ਵੇਲੇ ਫਰਾਂਸ ਦੇ ਵਿੱਚ ਲਗਭਗ 10 ਲੱਖ ਦੇ ਕਰੀਬ ਸੀਗੀ। ਅਤੇ ਚੌਥੀ ਸ਼੍ਰੇਣੀ ਜਿਹੜੀ ਸੀ ਉਹ ਭੂਮੀਹੀਣ ਮਜ਼ਦੂਰਾਂ ਦੀ ਸੀਗੀ। ਉਹ ਖੇਤਾਂ ਵਿੱਚ ਕੰਮ ਕਰਦੇ ਸੀ, ਪਰੰਤੂ ਉਹਨਾਂ ਨੂੰ ਬਹੁਤ ਘੱਟ ਮਜ਼ਦੂਰੀ ਮਿਲਦੀ ਸੀਗੀ। ਟੋਟਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਕਿਸਾਨਾਂ ਦਾ ਸਰਕਾਰ ਵੱਲੋਂ ਰਲ ਕੇ, ਕੁਲੀਨਾਂ ਵੱਲੋਂ, ਚਰਚ ਵੱਲੋਂ, ਸਾਰਿਆਂ ਵੱਲੋਂ ਸ਼ੋਸ਼ਣ ਕੀਤਾ ਜਾਂਦਾ ਸੀਗਾ। ਸਰਕਾਰ ਨੂੰ ਇਹ ਕਈ ਤਰ੍ਹਾਂ ਦੇ ਟੈਕਸ ਦਿੰਦੇ ਸੀ, ਜਿਵੇਂ ਭੂਮੀ ਕਰ ਹੋ ਗਿਆ, ਆਮਦਨ ਕਰ, ਲੂਣ ਕਰ, ਬਹੁਤ ਸਾਰੇ ਟੈਕਸ ਦੇਣੇ ਪੈਂਦੇ ਸੀ। ਸਾਲ ਵਿੱਚ ਇਹਨਾਂ ਨੂੰ ਤਕਰੀਬਨ 6 ਦਿਨ ਜਾਂ ਫਿਰ 6 ਤੋਂ ਲੈ ਕੇ 30 ਦਿਨ ਜਿਹੜੇ ਸੀ ਉਹ ਸਰਕਾਰ ਦਾ ਕੰਮ ਕਰਨ ਲਈ ਜਿਹੜੇ ਸੀ ਉਹ ਲਾਉਣੇ ਪੈਂਦੇ ਸੀ। ਇਹ ਦਿਨ ਜਿਵੇਂ ਸੜਕਾਂ ਦਾ ਕਿਤੇ ਨਿਰਮਾਣ ਹੋ ਰਿਹਾ ਜਾਂ ਪੁਲਾਂ ਦੀ ਮੁਰੰਮਤ ਹੋ ਰਹੀ ਆ, ਉਹਦੇ ਵਿੱਚ ਇਹਨਾਂ ਕਿਸਾਨਾਂ ਨੂੰ ਇਹ ਟਾਈਮ ਜਿਹੜਾ ਸੀ ਉਹ ਲਗਾਉਣਾ ਪੈਂਦਾ ਸੀ ਬਿਨਾਂ ਪੈਸਿਆਂ ਤੋਂ। ਜਦੋਂ ਸਰਕਾਰੀ ਕਰਮਚਾਰੀ ਇਹਨਾਂ ਕਿਸਾਨਾਂ ਦੇ ਕੋਲੋਂ ਟੈਕਸ ਵਸੂਲ ਕਰਨ ਲਈ ਆਉਂਦੇ ਸੀ ਜਾਂ ਠੇਕੇਦਾਰ ਟੈਕਸ ਵਸੂਲ ਕਰਨ ਲਈ ਆਉਂਦੇ ਸੀ, ਤਾਂ ਇਹਨਾਂ ਉੱਤੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਜਾਂਦਾ ਸੀ। ਵੱਧ ਤੋਂ ਵੱਧ ਪੈਸਾ ਬਟੋਰਿਆ ਜਾਂਦਾ ਸੀ ਇਹਨਾਂ ਦੇ ਕੋਲੋਂ। ਕਿਸਾਨਾਂ ਨੂੰ, ਆਪਣੇ ਸਾਮੰਤ ਨੂੰ ਜਾਂ ਸੁਆਮੀ ਨੂੰ, ਜੋ ਕੁਲੀਨ ਹੋਇਆ ਕਰਦਾ ਸੀ, ਉਹਨਾਂ ਨੂੰ ਵੀ ਬਹੁਤ ਸਾਰੇ ਟੈਕਸ ਦੇਣੇ ਪੈਂਦੇ ਸੀ। ਅਤੇ ਇੱਥੋਂ ਤੱਕ ਕਿ ਕਿਸਾਨਾਂ ਨੂੰ ਆਪਣੇ ਜ਼ਿਮੀਂਦਾਰਾਂ ਜਾਂ ਸਾਮੰਤਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਕਰਨੀਆਂ ਪੈਂਦੀਆਂ ਸੀ, ਜਿਵੇਂ ਉਹਨਾਂ ਦੇ ਘਰਾਂ ਵਿੱਚ ਕੰਮ ਕਰਨਾ, ਉਹਨਾਂ ਦੇ ਖੇਤਾਂ ਵਿੱਚ ਕੰਮ ਕਰਨਾ, ਅਤੇ ਉਹਨਾਂ ਨੂੰ ਬਾਜ਼ਾਰੋਂ ਚੀਜ਼ਾਂ ਲਿਆ ਕੇ ਦੇਣੀਆਂ, ਉਹਨਾਂ ਵਾਸਤੇ ਪਾਣੀ ਭਰਨਾ। ਇਸ ਤਰ੍ਹਾਂ ਦੇ ਕੰਮ ਜਿਹੜੇ ਸੀ ਉਹ ਕਿਸਾਨਾਂ ਨੂੰ ਕਰਨੇ ਪੈਂਦੇ ਸੀ। ਸਰਕਾਰ, ਸਾਮੰਤ ਅਤੇ ਚਰਚ ਹੁਣ ਸਾਰਿਆਂ ਨੂੰ ਟੈਕਸ ਦੇ ਕੇ ਕਿਸਾਨਾਂ ਕੋਲ ਆਪਣੀ ਆਮਦਨ ਦਾ ਸਿਰਫ 20% ਹਿੱਸਾ ਬਚਦਾ ਸੀ। ਕਿਸਾਨ ਦੇਖੋ ਕਿੰਨੀ ਮਿਹਨਤ ਕਰਦੇ ਸੀਗੇ, ਲੇਕਿਨ ਇੰਨੇ ਲੋਕ ਤਾਂ ਉਹਨਾਂ ਤੋਂ ਟੈਕਸ ਵਸੂਲ ਕਰਨ ਵਾਲੇ ਬੈਠੇ ਸੀ। ਇਸ ਕਰਕੇ ਕਿਸਾਨ ਵਿਚਾਰੇ ਜਿਹੜੇ ਸੀ ਬੜੇ ਔਖੇ ਹੋ ਕੇ ਆਪਣੇ ਜੀਵਨ ਦਾ ਨਿਰਵਾਹ ਕਰਦੇ ਸੀ। ਹੌਲੀ ਹੌਲੀ ਕਿਸਾਨਾਂ ਵਿੱਚ ਜਾਗਰਤੀ ਆ ਗਈ। ਉਹ ਆਪਣੇ ਉੱਤੇ ਲਗਾਏ ਗਏ ਇੰਨੇ ਸਾਰੇ ਨਾਜਾਇਜ਼ ਕਰਾਂ ਅਤੇ ਕੁਲੀਨਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਖਤਮ ਕਰਨਾ ਚਾਹੁੰਦੇ ਸੀ। ਇਸ ਕਰਕੇ ਉਹਨਾਂ ਨੇ ਕ੍ਰਾਂਤੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ, ਅਤੇ ਕਿਸਾਨਾਂ ਤੋਂ ਬਿਨਾਂ ਇਹ ਕ੍ਰਾਂਤੀ ਜਿਹੜੀ ਸੀ ਇਹ ਸਫਲ ਨਹੀਂ ਹੋ ਸਕਦੀ ਸੀਗੀ। ਉਸ ਤੋਂ ਬਾਅਦ ਆਪਾਂ ਤੀਸਰੇ ਵਰਗ ਦੇ ਵਿੱਚ ਮੱਧ ਸ਼੍ਰੇਣੀ ਦੀ ਗੱਲ ਕਰਦੇ ਹਾਂ। ਤੀਸਰੇ ਵਰਗ ਦਾ ਸਭ ਤੋਂ ਮਹੱਤਵਪੂਰਨ ਭਾਗ ਜਿਹੜਾ ਸੀ ਮੱਧ ਸ਼੍ਰੇਣੀ ਦੇ ਲੋਕ ਸੀਗੇ, ਜਿਨ੍ਹਾਂ ਨੇ ਕ੍ਰਾਂਤੀ ਦੀ ਅਗਵਾਈ ਕੀਤੀ ਸੀ, ਜਿਨ੍ਹਾਂ ਨੂੰ ਕ੍ਰਾਂਤੀ ਤੋਂ ਮੁੱਖ ਰੂਪ ਵਿੱਚ ਲਾਭ ਵੀ ਹੋਇਆ। ਇਸ ਸ਼੍ਰੇਣੀ ਦੇ ਵਿੱਚ ਆਉਂਦੇ ਸੀ ਵਪਾਰੀ, ਉਦਯੋਗਪਤੀ, ਮਹਾਜਨ, ਵਕੀਲ, ਡਾਕਟਰ, ਅਧਿਆਪਕ, ਵਿਦਵਾਨ, ਵਿਚਾਰਕ, ਪੱਤਰਕਾਰ ਆਦਿ।
ਇਹ ਸਾਰੇ ਲੋਕ ਜਿਹੜੇ ਸੀ ਸ਼ਹਿਰਾਂ ਵਿੱਚ ਰਹਿੰਦੇ ਸੀ। ਇਹਨਾਂ ਵਿੱਚੋਂ ਕੁਝ ਵਪਾਰੀ ਅਤੇ ਮਹਾਜਨ ਜਿਹੜੇ ਸੀ ਫਰਾਂਸ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਵੀ ਹੁੰਦੇ ਸੀਗੇ। ਮਹਾਜਨ ਕੌਣ ਹੁੰਦਾ? ਜਿਹੜਾ ਪੈਸਾ ਕਿਸੇ ਨੂੰ ਉਧਾਰਾ ਦਿੰਦਾ ਉਹਨੂੰ ਆਪਾਂ ਮਹਾਜਨ ਬੋਲਦੇ ਹਾਂ। ਵਪਾਰੀਆਂ ਬਾਰੇ ਤੁਸੀਂ ਜਾਣਦੇ ਆ, ਵਪਾਰੀ ਜਿਹੜੇ ਵਪਾਰ ਕਰਦੇ ਆ। ਸੋ ਇਹ ਜਿਹੜੇ ਸੀ ਮੱਧ ਸ਼੍ਰੇਣੀ ਦੇ ਲੋਕ, ਇਹਨਾਂ ਵਿੱਚੋਂ ਕਈ ਲੋਕ ਇੰਨੇ ਅਮੀਰ ਹੁੰਦੇ ਸੀ ਕਿ ਇਹ ਸਰਕਾਰ ਨੂੰ ਵੀ ਪੈਸਾ ਕਰਜ਼ੇ ਦੇ ਰੂਪ ਵਿੱਚ ਦਿੰਦੇ ਸੀਗੇ। ਕੁਲੀਨਾਂ ਨੂੰ ਵੀ ਪੈਸਾ ਕਰਜ਼ੇ ਰੂਪ ਵਿੱਚ ਇਹਨਾਂ ਨੇ ਦਿੱਤਾ ਹੋਇਆ ਸੀਗਾ। ਲੇਕਿਨ ਹੌਲੀ ਹੌਲੀ ਇਹਨਾਂ ਨੇ ਦੇਖਿਆ ਕਿ ਫਰਾਂਸ ਦੀ ਸਰਕਾਰ ਜਿਹੜੀ ਆ ਬਹੁਤ ਤੇਜ਼ੀ ਨਾਲ ਦੀਵਾਲੀਏਪਨ ਵੱਲ ਵੱਧ ਰਹੀ ਆ। ਸਰਕਾਰ ਦਾ ਦੀਵਾਲੀਆਪਨ ਨਿਕਲ ਰਿਹਾ, ਜਿਸ ਕਰਕੇ ਸਿੱਟੇ ਵਜੋਂ ਇਹਨਾਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ ਕਿ ਸਾਡਾ ਪੈਸਾ ਤਾਂ ਡੁੱਬ ਜਾਏਗਾ। ਅਗਰ ਸਰਕਾਰ ਹੀ ਫੇਲ ਹੋ ਜਾਏਗੀ ਤਾਂ ਸਾਨੂੰ ਪੈਸਾ ਕੌਣ ਵਾਪਸ ਦੇਵੇਗਾ। ਜਿਸ ਕਰਕੇ ਇਹਨਾਂ ਨੂੰ ਲੱਗਿਆ ਕਿ ਸਾਡੀ ਕਰਜ਼ੇ ਦੀ ਰਕਮ ਜਿਹੜੀ ਅਸੀਂ ਸਰਕਾਰ ਨੂੰ ਦਿੱਤੀ ਹੋਈ ਆ ਜਾਂ ਕੁਲੀਨਾਂ ਨੂੰ ਦਿੱਤੀ ਹੋਈ ਆ, ਇਹ ਡੁੱਬ ਜਾਏਗੀ। ਇਸ ਤਰ੍ਹਾਂ ਸਮੁੱਚੇ ਤੌਰ 'ਤੇ ਮੱਧ ਸ਼੍ਰੇਣੀ ਦੇ ਲੋਕ ਦੌਲਤ, ਯੋਗਤਾ, ਸਿੱਖਿਆ ਅਤੇ ਸੱਭਿਆਚਾਰ ਦੇ ਪੱਖ ਤੋਂ ਜਮਾਂਦਰੀ ਕੁਲੀਨਾਂ ਤੋਂ ਕਿਸੇ ਵੀ ਤਰ੍ਹਾਂ ਨਾਲ ਘੱਟ ਨਹੀਂ ਸੀ। ਪਰੰਤੂ ਫਿਰ ਵੀ ਉਹਨਾਂ ਲਈ ਉੱਚੀਆਂ ਪਦਵੀਆਂ ਦੇ ਦਰਵਾਜ਼ੇ ਬੰਦ ਸੀ, ਕਿਉਂਕਿ ਸਰਕਾਰ ਜਿਹੜੀ ਸੀ ਉਹ ਕੁਲੀਨਾਂ ਨੂੰ ਹੀ ਉੱਚੇ ਦਰਜੇ ਦਿੰਦੀ ਸੀਗੀ। ਵਿਚਾਰੇ ਮੱਧ ਸ਼੍ਰੇਣੀ ਦੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਉੱਚੇ ਦਰਜੇ ਨਹੀਂ ਮਿਲੇ ਸੀਗੇ। ਇਸ ਕਰਕੇ ਇਹਨਾਂ ਨੇ ਬਾਅਦ ਵਿੱਚ ਬਹੁਤ ਸਾਰੇ ਅਹੁਦੇ ਜਿਹੜੇ ਸੀ ਉਹ ਖਰੀਦਣੇ ਸ਼ੁਰੂ ਕਰ ਦਿੱਤੇ ਸੀ। ਹੁਣ ਮੱਧ ਸ਼੍ਰੇਣੀ ਦੇ ਲੋਕ ਚਾਹੁੰਦੇ ਸੀ ਕਿ ਸੈਨਾ ਵਿੱਚ ਰਾਜ ਪ੍ਰਬੰਧ, ਸ਼ਾਹੀ ਦਰਬਾਰ ਅਤੇ ਚਰਚ ਸੰਬੰਧੀ ਸਾਰੀਆਂ ਉੱਚੀਆਂ ਪਦਵੀਆਂ ਜਿਹੜੀਆਂ ਜਨਮ ਦੀ ਬਜਾਏ ਯੋਗਤਾ ਦੇ ਆਧਾਰ 'ਤੇ ਮਿਲਣੀਆਂ ਚਾਹੀਦੀਆਂ ਬੰਦੇ ਨੂੰ। ਉਹ ਵਪਾਰ ਉੱਤੇ ਲੱਗੀਆਂ ਬੰਦਿਸ਼ਾਂ ਨੂੰ ਵੀ ਖਤਮ ਕਰਨਾ ਚਾਹੁੰਦੇ ਸੀਗੇ ਅਤੇ ਖੁੱਲ੍ਹੇ ਵਪਾਰ ਦੇ ਹਾਮੀ ਸੀਗੇ। ਫਰਾਂਸ ਦੇ 18ਵੀਂ ਸਦੀ ਦੇ ਪ੍ਰਸਿੱਧ ਵਿਦਵਾਨ, ਵਿਚਾਰਕ ਅਤੇ ਫਿਲਾਸਫਰ ਵੀ ਮੱਧ ਸ਼੍ਰੇਣੀ ਦੇ ਨਾਲ ਹੀ ਸੰਬੰਧ ਰੱਖਦੇ ਸੀ, ਜਿਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ, ਲੋਕਤੰਤਰੀ ਵਿਚਾਰਾਂ ਦਾ ਪ੍ਰਚਾਰ ਕੀਤਾ, ਲੋਕਾਂ ਵਿੱਚ ਰਾਜਨੀਤਿਕ ਜਾਗਰਤੀ ਲਿਆਉਣ ਦੇ ਵਿੱਚ ਯੋਗਦਾਨ ਪਾਇਆ। ਅਤੇ ਜਦੋਂ ਸਟੇਟਸ ਜਨਰਲ ਦਾ ਸਮਾਗਮ ਬੁਲਾਇਆ ਗਿਆ ਸੀ ਤਾਂ ਮੱਧ ਸ਼੍ਰੇਣੀ ਦੇ ਉੱਘੇ ਵਿਅਕਤੀ, ਮਤਲਬ ਜਿਹੜੇ ਫੇਮਸ ਵਿਅਕਤੀ ਸੀਗੇ, ਉਹਨਾਂ ਨੇ ਤੀਜੇ ਵਰਗ ਦੀ ਅਗਵਾਈ ਕੀਤੀ, ਰਹਿਨੁਮਾਈ ਕੀਤੀ ਅਤੇ ਬਾਦਸ਼ਾਹ ਅਤੇ ਕੁਲੀਨਾਂ ਵਿਰੁੱਧ ਕ੍ਰਾਂਤੀਕਾਰੀਆਂ ਦੀ ਸਫਲਤਾਪੂਰਵਕ ਅਗਵਾਈ ਕੀਤੀ। ਇਹ ਸੀ ਤੀਸਰੇ ਵਰਗ ਦਾ ਮੱਧ ਸ਼੍ਰੇਣੀ ਦੇ ਲੋਕ। ਉਸ ਤੋਂ ਬਾਅਦ ਹੁਣ ਆਪਾਂ ਤੀਸਰੀ ਕੈਟੇਗਰੀ ਦੇ ਲੋਕਾਂ ਬਾਰੇ ਪੜ੍ਹਾਂਗੇ, ਜਿਹਦੇ ਵਿੱਚ ਮਜ਼ਦੂਰ ਆਉਂਦੇ ਸੀ, ਕਾਰੀਗਰ ਅਤੇ ਦੂਸਰੇ ਗਰੀਬ ਲੋਕ ਆਉਂਦੇ ਸੀਗੇ। ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਵਿੱਚ ਬਹੁਤ ਸਾਰੀਆਂ ਉਦਯੋਗਿਕ ਤਬਦੀਲੀਆਂ ਆਉਣ ਲੱਗ ਪਈਆਂ ਸੀ, ਜਿਵੇਂ ਬਹੁਤ ਸਾਰੇ ਕਾਰਖਾਨੇ ਖੁੱਲ੍ਹ ਗਏ, ਮਿੱਲਾਂ ਖੁੱਲ੍ਹ ਗਈਆਂ। ਇਹਨਾਂ ਮਿੱਲਾਂ ਅਤੇ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਮਾਲਕ ਬਹੁਤ ਘੱਟ ਤਨਖਾਹਾਂ ਦਿੰਦੇ ਸੀ ਅਤੇ ਲੇਕਿਨ ਉਹਨਾਂ ਤੋਂ ਕੰਮ ਬਹੁਤ ਜ਼ਿਆਦਾ ਲੈਂਦੇ ਸੀਗੇ। ਪਰੰਤੂ 1799 ਈਸਵੀ ਤੱਕ ਹਾਲੇ ਮਜ਼ਦੂਰਾਂ ਦੀ ਗਿਣਤੀ ਕੋਈ ਬਹੁਤ ਜ਼ਿਆਦਾ ਨਹੀਂ ਸੀ ਹੋਈ ਫਰਾਂਸ ਦੇ ਵਿੱਚ। ਫਰਾਂਸ ਵਿੱਚ ਜ਼ਿਆਦਾਤਰ ਚੀਜ਼ਾਂ ਜਿਹੜਾ ਸੀ ਉਹ ਸ਼ਿਲਪੀਆਂ ਦੁਆਰਾ ਹੱਥਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ। ਸ਼ਹਿਰਾਂ ਦੇ ਵਪਾਰੀਆਂ ਵਾਸਤੇ ਵੀ ਪਿੰਡਾਂ ਵਿੱਚ ਸ਼ਿਲਪਕਾਰ ਹੁੰਦੇ ਸੀ, ਕਾਰੀਗਰ ਹੁੰਦੇ ਸੀ, ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਨੂੰ ਤਿਆਰ ਕਰਦੇ ਸੀਗੇ। ਕਾਰੀਗਰਾਂ ਦੇ ਉਸ ਵੇਲੇ ਗਿਲਡ ਹੁੰਦੇ ਸੀਗੇ। ਗਿਲਡ ਮੀਨ ਕੋਈ ਇਹਨਾਂ ਨੇ ਆਪਣੀਆਂ ਵੱਖਰੇ ਕੰਮ ਕਰਨ ਵਾਲੇ ਜਿਹੜੇ ਲੋਕ ਹੁੰਦੇ ਸੀ, ਕਾਰੀਗਰ ਹੁੰਦੇ ਸੀ, ਇਹਨਾਂ ਨੇ ਆਪਣੀਆਂ ਔਰਗੇਨਾਈਜੇਸ਼ਨ ਬਣਾਈਆਂ ਹੁੰਦੀਆਂ ਸੀ, ਜਿਨ੍ਹਾਂ ਨੂੰ ਗਿਲਡ ਕਿਹਾ ਜਾਂਦਾ ਸੀ। ਜਿਵੇਂ ਲੋਹਾਰ, ਧੋਬੀ, ਦਰਜੀ, ਨਾਈ, ਮੋਚੀ ਆਦਿ, ਇਹਨਾਂ ਸਾਰਿਆਂ ਦੇ ਵੱਖਰੇ ਗਿਲਡ ਹੁੰਦੇ ਸੀ। ਇਹ ਲੋਕ ਬੜੀ ਮਿਹਨਤ ਕਰਕੇ ਆਪਣਾ ਜੀਵਨ ਦਾ ਗੁਜ਼ਾਰਾ ਕਰਦੇ ਸੀਗੇ। ਫਰਾਂਸ ਦੇ ਕੁਝ ਭਾਗਾਂ ਵਿੱਚ ਬੇਰੁਜ਼ਗਾਰ ਲੋਕ ਵੀ ਰਹਿੰਦੇ ਸੀ, ਜਿਹੜੇ ਵਿਹਲੇ ਘੁੰਮਦੇ ਰਹਿੰਦੇ ਸੀ, ਜਿਹੜੇ ਗਰੀਬੀ ਅਤੇ ਭੁੱਖ ਤੋਂ ਮਜਬੂਰ ਹੋ ਕੇ ਮੰਗਤੇ ਜਾਂ ਲੁਟੇਰੇ ਬਣ ਗਏ ਸੀਗੇ। ਇਹ ਸਭ ਲੋਕ ਗਰੀਬੀ ਤੋਂ ਤੰਗ ਆ ਕੇ ਦੰਗੇ ਫਸਾਦਾਂ ਵਿੱਚ ਵੀ ਹਿੱਸਾ ਲੈਣ ਲੱਗ ਪਏ ਅਤੇ ਫਰਾਂਸ ਦੀ ਜਦੋਂ ਕ੍ਰਾਂਤੀ ਸ਼ੁਰੂ ਹੋਈ ਤਾਂ ਉਸ ਭੀੜ ਦੇ ਵਿੱਚ ਇਹ ਲੋਕ ਵੀ ਜਿਹੜੇ ਸੀ ਇਹ ਸ਼ਾਮਿਲ ਹੋ ਗਏ, ਜਿਹੜੇ ਵਿਹਲੇ ਲੋਕ ਸੀਗੇ। ਸੋ ਆਪਣੀ ਫਰਾਂਸ ਦੀ ਕ੍ਰਾਂਤੀ ਦੇ ਜਿਹੜੇ ਹੈ ਸਮਾਜਿਕ ਕਾਰਨ ਉਹ ਇੱਥੇ ਹੀ ਖਤਮ ਹੁੰਦੇ ਆ ਅਤੇ ਆਪਾਂ ਹੁਣ ਅੱਗੇ ਸ਼ੁਰੂ ਕਰਦੇ ਹਾਂ ਫਰਾਂਸ ਦੀ ਕ੍ਰਾਂਤੀ ਦੇ ਧਾਰਮਿਕ ਕਾਰਨ ਸੀਗੇ ਕਿ ਧਰਮ ਵਿੱਚ ਕਿਹੜੀਆਂ ਗੱਲਾਂ ਸੀਗੀਆਂ ਜਿਹੜੇ ਕਰਕੇ ਕਿ ਕ੍ਰਾਂਤੀ ਹੋਣੀ ਜ਼ਰੂਰੀ ਹੋ ਗਈ ਸੀ। ਪਹਿਲੇ ਨੰਬਰ 'ਤੇ ਹੈ ਚਰਚ ਦੀ ਸੰਪੱਤੀ, ਸ਼ਕਤੀ ਅਤੇ ਪ੍ਰਬਲਤਾ। ਜਿਵੇਂ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਕਿ ਫਰਾਂਸ ਵਿੱਚ ਰੋਮਨ ਕੈਥੋਲਿਕ ਚਰਚ ਇਸ ਸ਼ਾਖਾ ਨੂੰ ਫੋਲੋ ਕੀਤਾ ਜਾਂਦਾ ਸੀਗਾ। ਇਹ ਅਨੁਮਾਨ ਲਗਾਇਆ ਗਿਆ ਕਿ ਦੇਸ਼ ਦੀ ਜਿਵੇਂ ਸਾਰੀ ਭੂਮੀ ਦੇ 1/5 ਭਾਗ ਉੱਤੇ ਚਰਚ ਦਾ ਅਧਿਕਾਰ ਸੀ। ਇਸ ਵਿਸ਼ਾਲ ਭੂਮੀ ਤੋਂ ਚਰਚ ਨੂੰ ਬਹੁਤ ਸਾਰੀ ਆਮਦਨ ਪ੍ਰਾਪਤ ਹੋ ਜਾਂਦੀ ਸੀ। ਕਿਸਾਨਾਂ ਤੋਂ ਵੀ 10ਵਾਂ ਹਿੱਸਾ ਟੈਕਸ ਦੇ ਰੂਪ ਵਿੱਚ ਵਸੂਲ ਕਰ ਲਿਆ ਜਾਂਦਾ ਸੀ। ਇਸ ਤੋਂ ਇਲਾਵਾ ਕਿਸਾਨਾਂ ਤੋਂ ਹੋਰ ਸਾਮੰਤੀ ਟੈਕਸ ਵੀ ਲੈ ਲਏ ਜਾਂਦੇ ਸੀ। ਚਰਚ ਦੀ ਸਾਲਾਨਾ ਆਮਦਨ ਫਰਾਂਸ ਦੇ ਵਿੱਚ ਲਗਭਗ 10 ਕਰੋੜ ਡਾਲਰ ਦੇ ਕਰੀਬ ਹੋ ਜਾਂਦੀ ਸੀਗੀ। ਬਹੁਤ ਸਾਰੇ ਕੰਮਾਂ ਦੇ ਵਿੱਚ ਭਾਗ ਲੈਂਦੀ ਸੀ ਚਰਚ, ਜਿਵੇਂ ਵਿੱਤ ਸੰਬੰਧੀ, ਨਿਆਂ ਸੰਬੰਧੀ, ਸਿੱਖਿਆ ਸੰਬੰਧੀ ਬਹੁਤ ਸਾਰੇ ਅਧਿਕਾਰ ਹੁੰਦੇ ਸੀ ਚਰਚ ਦੇ ਕੋਲ ਫਰਾਂਸ ਵਿੱਚ। ਇਸ ਤਰ੍ਹਾਂ ਚਰਚ ਜਿਹੜੀ ਸੀ ਲੋਕਾਂ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਜੀਵਨ, ਹਰ ਇੱਕ ਜੀਵਨ ਦੇ ਪਹਿਲੂ ਵਿੱਚ ਦਖਲਅੰਦਾਜ਼ੀ ਕਰਦੀ ਸੀ ਅਤੇ ਆਪ ਸਰਕਾਰ ਤੋਂ ਬਿਲਕੁਲ ਮੁਕਤ ਸੀਗੀ, ਸਰਕਾਰ ਦੇ ਕੰਟਰੋਲ ਤੋਂ। ਸਰਕਾਰ ਦਾ ਚਰਚ ਦੇ ਉੱਤੇ ਕੋਈ ਵੀ ਕੰਟਰੋਲ ਨਹੀਂ ਸੀ ਫਰਾਂਸ ਵਿੱਚ।
ਲੇਕਿਨ ਜਿਹੜੇ ਉਦਾਰ ਵਿਚਾਰਾਂ ਦੇ ਲੋਕ ਸੀਗੇ ਉਹ ਚਰਚ ਦੇ ਇਸ ਅਨੁਚਿਤ ਪ੍ਰਭਾਵ ਨੂੰ ਖਤਮ ਕਰਨਾ ਚਾਹੁੰਦੇ ਸੀ ਜਾਂ ਕਿਸੇ ਤਰ੍ਹਾਂ ਦੇ ਨਾਲ ਇਹਨੂੰ ਘੱਟ ਕਰਨਾ ਚਾਹੁੰਦੇ ਸੀ। ਸੈਕਿੰਡ ਨੰਬਰ 'ਤੇ ਆਪਾਂ ਕਰਦੇ ਹਾਂ ਪਾਦਰੀਆਂ ਦੀ ਚਰਿੱਤਰਹੀਣਤਾ। ਜਿਵੇਂ ਆਪਾਂ ਪਹਿਲਾਂ ਵੀ ਕਈ ਜਿਹੜੇ ਟੌਪਿਕਸ ਵਿੱਚ ਪੜ੍ਹਿਆ ਕਿ ਚਰਚ ਦੇ ਉੱਚੇ ਦਰਜੇ ਦੇ ਪਾਦਰੀ ਜਿਹੜੇ ਸੀ ਉਹ ਉਹਨਾਂ ਦੇ ਚਰਿੱਤਰ ਵਿੱਚ ਬਹੁਤ ਜ਼ਿਆਦਾ ਗਿਰਾਵਟ ਆ ਗਈ ਸੀਗੀ। ਉਹਨਾਂ ਦੀ ਚਰਚ ਕੋਲ ਉਹਨਾਂ ਕੋਲ ਬਹੁਤ ਸਾਰੀ ਸੰਪੱਤੀ ਹੁੰਦੀ ਸੀ, ਚਰਚ ਦੀ ਆਮਦਨ ਕਾਫੀ ਹੁੰਦੀ ਸੀ, ਉਹਨਾਂ ਦੀ ਕਾਫੀ ਜਗ੍ਹਾ ਤੋਂ ਆਮਦਨ ਹੋ ਜਾਂਦੀ ਸੀ। ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਕੋਲੋਂ ਟੈਕਸ ਵਸੂਲ ਕਰਦੇ ਸੀ ਉਹ ਆਪਣੀ ਜੇਬਾਂ ਵਿੱਚ ਹਿੱਸਾ ਪਾ ਲੈਂਦੇ ਸੀਗੇ ਅਤੇ ਇਸ ਕਰਕੇ ਉਸ ਪੈਸੇ ਨੂੰ ਗਲਤ ਯੂਜ਼ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਧਾਰਮਿਕ ਕਰਤੱਵਾਂ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ ਸੀਗੇ। ਬਹੁਤਾ ਸਮਾਂ ਜਿਹੜਾ ਸੀ ਉਹ ਸ਼ਰਾਬ ਦੀਆਂ ਦਾਵਤਾਂ ਅਤੇ ਸੁੰਦਰ ਇਸਤਰੀਆਂ ਦੀ ਸੰਗਤ ਵਿੱਚ ਬਰਬਾਦ ਕਰ ਦਿੰਦੇ ਸੀਗੇ। ਉੱਚੇ ਦਰਜਿਆਂ ਦੇ ਉੱਤੇ ਜਿਹੜੇ ਪਾਦਰੀ ਲੱਗੇ ਹੋਏ ਸੀ ਉਹਨਾਂ ਵਿੱਚ ਚਰਿੱਤਰਹੀਣਤਾ ਆ ਜਾਣ ਕਰਕੇ ਆਮ ਲੋਕ ਜਿਹੜੇ ਸੀ ਅਤੇ ਨੀਵੇਂ ਦਰਜੇ ਦੇ ਪਾਦਰੀ ਜਿਹੜੇ ਸੀ ਇਹ ਸਾਰੇ ਉਹਨਾਂ ਦੇ ਵਿਰੁੱਧ ਹੋ ਗਏ। ਇਸ ਕਰਕੇ ਕ੍ਰਾਂਤੀਕਾਰੀਆਂ ਦੀ ਇਹ ਮੰਗ ਸੀ ਕਿ ਇਹਨਾਂ ਸਾਰੇ ਚਰਿੱਤਰਹੀਣ ਉੱਚੇ ਦਰਜੇ ਦੇ ਪਾਦਰੀਆਂ ਦੇ ਖਾਸ ਅਧਿਕਾਰਾਂ ਨੂੰ ਖਤਮ ਕਰਕੇ ਚਰਚ ਵਿੱਚ ਜਲਦੀ ਤੋਂ ਜਲਦੀ ਸੁਧਾਰ ਕੀਤਾ ਜਾਵੇ। ਤੀਸਰੇ ਨੰਬਰ 'ਤੇ ਕਰਦੇ ਹਾਂ ਆਪਾਂ ਬਾਦਸ਼ਾਹ ਦਾ ਚਰਚ ਦੇ ਨਾਲ ਗੱਠਜੋੜ। ਫਰਾਂਸ ਦੀ ਚਰਚ ਅਤੇ ਬਾਦਸ਼ਾਹ ਵਿੱਚ ਇੱਕ ਕਿਸਮ ਦਾ ਗੱਠਜੋੜ ਹੋ ਗਿਆ ਸੀ, ਦੋਨਾਂ ਨੇ ਸਮਝੌਤਾ ਕਰ ਲਿਆ। ਚਰਚ ਹਰੇਕ ਸਾਲ ਬਾਦਸ਼ਾਹ ਨੂੰ ਨਿਸ਼ਚਿਤ ਰਕਮ ਭੇਜ ਦਿੰਦੀ ਸੀ ਅਤੇ ਬਾਦਸ਼ਾਹ ਵੀ ਚਰਚ ਦੇ ਖਾਸ ਅਧਿਕਾਰਾਂ ਦੀ ਫਰਾਂਸ ਵਿੱਚ ਰੱਖਿਆ ਕਰਨ ਲੱਗ ਪਿਆ। ਵੱਡੇ ਵੱਡੇ ਪਾਦਰੀ ਜਿਹੜੇ ਹੁੰਦੇ ਸੀ ਉਹ ਹਮੇਸ਼ਾ ਹੀ ਬਾਦਸ਼ਾਹ ਦੀ ਛਤਰ ਛਾਇਆ ਹੇਠ ਰਹਿਣ ਲੱਗ ਪਏ। ਲੋਕ ਬਾਦਸ਼ਾਹ ਅਤੇ ਚਰਚ ਦੋਨਾਂ ਤੋਂ ਤੰਗ ਆਏ ਹੋਏ ਸੀਗੇ ਅਤੇ ਦੋਨਾਂ ਦੇ ਇਸ ਗੱਠਜੋੜ ਨੂੰ ਖਤਮ ਕਰਨਾ ਚਾਹੁੰਦੇ ਸੀ ਕਿਸੇ ਤਰੀਕੇ ਦੇ ਨਾਲ। ਉਸ ਤੋਂ ਬਾਅਦ ਹੈ ਧਾਰਮਿਕ ਅਸਹਿਣਸ਼ੀਲਤਾ ਅਤੇ ਲੜਾਈ ਝਗੜੇ। ਫਰਾਂਸ ਵਿੱਚ ਰੋਮਨ ਕੈਥੋਲਿਕ ਧਰਮ ਸਰਕਾਰੀ ਤੌਰ 'ਤੇ ਸਵੀਕਾਰ ਕਰ ਲਿਆ ਗਿਆ ਸੀ ਅਤੇ ਜਿਹੜੇ ਦੂਜੇ ਧਰਮ ਦੇ ਪੈਰੋਕਾਰ ਹੁੰਦੇ ਸੀ ਉਹਨਾਂ ਪ੍ਰਤੀ ਅਸਹਿਣਸ਼ੀਲਤਾ ਦਾ ਵਿਵਹਾਰ ਅਪਣਾਇਆ ਗਿਆ, ਭਾਵ ਉਹਨਾਂ 'ਤੇ ਜ਼ੁਲਮ ਕੀਤੇ ਗਏ। ਜਿਵੇਂ ਬਾਦਸ਼ਾਹ ਲੂਈ 14ਵੇਂ ਦੇ ਸਮੇਂ ਪ੍ਰੋਟੈਸਟੈਂਟ ਧਰਮ ਦੇ ਲੋਕਾਂ ਉੱਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਗਏ ਸੀਗੇ, ਜਿਸ ਕਰਕੇ ਇਹਨਾਂ ਜ਼ੁਲਮਾਂ ਤੋਂ ਤੰਗ ਆ ਕੇ ਲਗਭਗ 5 ਲੱਖ ਪ੍ਰੋਟੈਸਟੈਂਟ ਜਿਹੜੇ ਸੀ ਉਹ ਫਰਾਂਸ ਨੂੰ ਛੱਡ ਕੇ ਚਲੇ ਗਏ, ਜਿਹਦੇ ਵਿੱਚ ਵੱਡੇ ਵੱਡੇ ਵਪਾਰੀ ਵੀ ਸੀਗੇ, ਨਿਪੁੰਨ ਕਾਰੀਗਰ ਅਤੇ ਸ਼ਿਲਪਕਾਰ ਵੀ ਸੀਗੇ, ਜਿਨ੍ਹਾਂ ਨੂੰ ਮਜਬੂਰ ਹੋ ਕੇ ਜਾਣਾ ਪਿਆ ਫਰਾਂਸ ਨੂੰ ਛੱਡ ਕੇ। ਪ੍ਰੋਟੈਸਟੈਂਟ ਲੋਕਾਂ ਨੂੰ ਖੁੱਲ੍ਹੇ ਤੌਰ 'ਤੇ ਆਪਣੇ ਧਰਮ ਨੂੰ ਮੰਨਣ ਦੀ ਮਨਾਹੀ ਸੀਗੀ, ਆਪਣੇ ਰੀਤੀ ਰਿਵਾਜਾਂ ਨੂੰ ਮਨਾ ਨਹੀਂ ਸਕਦੇ ਸੀਗੇ। ਉਦਾਰ ਵਿਚਾਰਾਂ ਦੇ ਲੋਕ ਸਾਰੇ ਧਰਮਾਂ ਦੇ ਪੈਰੋਕਾਰਾਂ ਲਈ ਧਾਰਮਿਕ ਸੁਤੰਤਰਤਾ ਦੀ ਮੰਗ ਕਰਨ ਲੱਗ ਪਏ। ਉਸ ਤੋਂ ਬਾਅਦ ਹੈ ਅਗਲਾ ਪੁਆਇੰਟ ਫ੍ਰੀ ਮੈਸਨਾਂ ਅਤੇ ਫਿਲੋਸਫਰਾਂ ਦਾ ਚਰਚ ਦੇ ਵਿਰੁੱਧ ਪ੍ਰਚਾਰ। ਫ੍ਰੀ ਮੈਸਨ ਕਿਹਨੂੰ ਕਹਿੰਦੇ ਆ? 18ਵੀਂ ਸਦੀ ਵਿੱਚ ਫਰਾਂਸ ਵਿੱਚ ਫ੍ਰੀ ਮੈਸਨਾਂ ਦਾ ਪ੍ਰਭਾਵ ਜਿਹੜਾ ਸੀ ਬਹੁਤ ਜ਼ਿਆਦਾ ਵੱਧ ਗਿਆ ਸੀ। ਇਹ ਉਹ ਲੋਕ ਹੁੰਦੇ ਸੀ ਜਿਹੜੇ ਕਿ ਸਾਰੇ ਧਰਮਾਂ ਨੂੰ ਪਸੰਦ ਕਰਦੇ ਸੀ, ਸਾਰੇ ਧਰਮਾਂ ਦੇ ਸਿਧਾਂਤਾਂ ਨੂੰ ਫੋਲੋ ਕਰਦੇ ਸੀਗੇ ਆਪਣੀ ਲਾਈਫ ਦੇ ਵਿੱਚ ਅਤੇ ਸਮਾਜ ਵਿੱਚ ਸਮਾਨਤਾ ਅਤੇ ਵਿਸ਼ਵ ਭਾਈਚਾਰੇ ਦੀ ਗੱਲ ਕਰਦੇ ਸੀਗੇ। ਇਹਨਾਂ ਨੂੰ ਫ੍ਰੀ ਮੈਸਨ ਕਿਹਾ ਜਾਂਦਾ ਸੀਗਾ, ਭਾਵ ਕਿ ਕਿਸੇ ਵੀ ਇੱਕ ਸ਼ਾਖਾ ਨੂੰ ਨਹੀਂ ਸੀ ਮੰਨਦੇ ਬਲਕਿ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀਗੇ। ਮੱਧਕਾਲ ਵਿੱਚ ਉਹਨਾਂ ਦੀ ਇੱਕ ਸੰਸਥਾ ਹੁੰਦੀ ਸੀ ਮੈਸਨ ਜਾਂ ਮਿਸਤਰੀਆਂ ਦੇ ਸੰਘ ਵਜੋਂ ਇਸ ਦੀ ਉਤਪਤੀ ਹੋ ਗਈ, ਜਿਸ ਕਰਕੇ ਇਸ ਨੂੰ ਫ੍ਰੀ ਮੈਸਰੀ ਕਿਹਾ ਜਾਣ ਲੱਗ ਪਿਆ ਸੀ। ਫ੍ਰੀ ਮੈਸਨ ਉਹ ਹੁੰਦੇ ਆ ਜਿਨ੍ਹਾਂ ਦਾ ਕਿਸੇ ਇੱਕ ਸੰਸਥਾ ਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ ਬਲਕਿ ਉਹ ਸਾਰਿਆਂ ਦਾ ਹੀ ਸਤਿਕਾਰ ਕਰਦੇ ਆ। 1799 ਈਸਵੀ ਦੇ ਲਗਭਗ ਫਰਾਂਸ ਦੇ ਵੱਖ-ਵੱਖ ਭਾਗਾਂ ਵਿੱਚ ਫ੍ਰੀ ਮੈਸਨਾਂ ਦੇ ਲਗਭਗ 600 ਸਭਾ ਭਵਨ ਜਿਹੜੇ ਸੀ ਉਹ ਕਾਇਮ ਹੋ ਗਏ ਸੀ, ਜਿਨ੍ਹਾਂ ਦੇ ਟੋਟਲ ਮੈਂਬਰ 20,000 ਤੋਂ 30,000 ਦੇ ਕਰੀਬ ਹੋ ਗਏ ਸੀਗੇ। ਦਿਦਰੋ ਤੇ ਹੈਲਵੇਤੀਅਸ ਫਰਾਂਸ ਦੇ ਉੱਘੇ ਫ੍ਰੀ ਮੈਸਨਾਂ ਵਿੱਚੋਂ ਇੱਕ ਸੀਗੇ। ਫ੍ਰੀ ਮੈਸਨਾਂ ਨੇ ਚਰਚ ਦੀਆਂ ਬੁਰਾਈਆਂ ਦਾ ਖੰਡਨ ਕੀਤਾ, ਧਾਰਮਿਕ ਅਸਹਿਣਸ਼ੀਲਤਾ ਦਾ ਖੰਡਨ ਕੀਤਾ। ਵਾਲਤੇਅਰ ਤੇ ਰੂਸੋ ਵਰਗੇ ਫਿਲੋਸਫਰ ਜਿਹੜੇ ਸੀ ਉਹਨਾਂ ਨੇ ਵੀ ਜ਼ੋਰਦਾਰ ਸ਼ਬਦਾਂ ਵਿੱਚ ਚਰਚ ਦੀਆਂ ਬੁਰਾਈਆਂ ਦੇ ਵਿਰੁੱਧ ਪ੍ਰਚਾਰ ਕੀਤਾ ਅਤੇ ਚਰਚ ਵਿੱਚ ਮੌਲਿਕ ਸੁਧਾਰਾਂ ਦੀ ਲੋੜ ਉੱਤੇ ਜ਼ੋਰ ਦਿੱਤਾ। ਸੋ ਇਹ ਸੀਗੇ ਫਰਾਂਸ ਦੀ ਕ੍ਰਾਂਤੀ ਦੇ ਧਾਰਮਿਕ ਕਾਰਨ। ਸੋ ਇਹਦੇ ਨਾਲ ਹੀ ਅੱਜ ਦਾ ਆਪਣਾ ਟੌਪਿਕ ਜਿਹੜਾ ਹੈ ਉਹ ਸਮਾਪਤ ਹੁੰਦਾ ਹੈ। ਧੰਨਵਾਦ ਸਾਰਿਆਂ ਦਾ ਬਹੁਤ ਬਹੁਤ।